गुरु ते प्रसाद सच होए। वाहिगुरु जी की फतेह। विघन विनाशन। श्री वाहिगुरु जी की फतेह है। विघन विनाशन सोए। सतनाम श्री वाहिगुरु। अंश अकाल पुरख की आए। धरियो स्वरूप तेज समुदाय। वाहिगुरु जी का खालसा वाहिगुरु जी की फतेह। सतगुरां दी साजी नवाजी गुरु की संगत। ਸਾਹਿਬ ਸਤਿਗੁਰੂ ਪਾਤਸ਼ਾਹ ਜੀਆਂ ਨੇ ਕਿਰਪਾ ਕਰਕੇ ਸਤਸੰਗਤ ਦੇ ਸੁਭਾਗ ਸਮੇਂ ਬਖਸ਼ਿਸ਼ ਕੀਤੇ। ਆਪ ਸੰਗਤਾਂ ਗੁਰਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕਰ ਰਹੇ ਸੀ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਆਪਾਂ ਲੜੀਵਾਰ ਸਰਵਣ ਕਰ ਰਹੇ ਹਾਂ। ਪਿਛਲੇ ਦੀਵਾਨ ਦੇ ਵਿੱਚ ਸਰਵਣ ਕੀਤਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਢਾਕਾ ਤੋਂ ਬੰਗਲਾਦੇਸ਼ ਤੋਂ ਚੱਲ ਕੇ ਮਹਾਰਾਜ ਸਾਹਿਬ ਜੀ ਪਟਨਾ ਸਾਹਿਬ ਵਿਖੇ ਪਹੁੰਚੇ। ਇੱਧਰੋਂ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀਆਂ ਨੇ ਗੋਬਿੰਦ ਰਾਏ ਜੀਆਂ ਨੂੰ ਤਿਆਰ ਕੀਤਾ, ਸਮਝਾਇਆ ਕਿ ਪਿਤਾ ਸਤਿਗੁਰੂ ਨੂੰ ਕਿਵੇਂ ਮਿਲਣਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਲ ਰਾਜਾ ਜੈਪੁਰ ਦਾ ਨਾਮ ਰਾਮ ਸਿੰਘ ਹੈ। ਇਹ ਚੱਲ ਕੇ ਮਹਾਰਾਜ ਦੇ ਘਰ ਵਿੱਚ ਪਹੁੰਚੇ ਨੇ। ਗੋਬਿੰਦ ਰਾਏ ਜੀਆਂ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਟੇਕਿਆ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਨੇਤਰ ਜਿਹੜੇ ਨੇ ਗੋਬਿੰਦ ਰਾਏ ਜੀਆਂ ਦੇ ਨਾਲ ਜਦੋਂ ਮਿਲੇ ਤੇ ਨੇਤਰਾਂ ਹੀ ਨੇਤਰਾਂ ਦੇ ਵਿੱਚ ਇੱਕ ਦੂਜੇ ਦੇ ਦੀਦਾਰੇ ਕੀਤੇ, ਦਰਸ਼ਨ ਕੀਤੇ। ਔਰ ਇਹ ਬਾਤ ਸਮਝੀ ਹੈ ਕਿ ਜਿਵੇਂ ਅਸੀਂ ਪਹਿਲਾਂ ਪਿਤਾ ਦੇ ਪੁੱਤਰ ਦੇ ਰਿਸ਼ਤੇ ਦੇ ਵਜੋਂ ਸਮੁੰਡ ਰਿਖੀ ਦਾ ਅਵਤਾਰ ਅਸੀਂ ਆਏ ਹਾਂ, ਦੁਸ਼ਟ ਦਮਨ ਦਾ ਅਵਤਾਰ ਇਹ ਆਏ ਨੇ। ਮੰਧਿਆਚਲ ਪਰਬਤ 'ਤੇ ਬੈਠ ਕੇ ਤਪ ਕੀਤਾ, ਬੰਦਗੀ ਕੀਤੀ ਹੈ। ਉਸ ਵਾਕਿਆ ਨੂੰ ਆਪਣੇ ਨਾਲ ਨੇਤਰਾਂ ਵਿੱਚ ਸਾਂਝਾ ਕੀਤਾ ਹੈ। ਅੱਗੇ ਜਿਵੇਂ ਬਖਸ਼ਿਸ਼ ਕਰਦੇ ਮਹਾਰਾਜ, ਆਓ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਸ਼ ਅਕਾਲ ਪੁਰਖ ਕੀ ਆਏ। ਕਿਉਂਕਿ ਧੰਨ ਗੋਬਿੰਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਕਾਲ ਪੁਰਖ ਦੀ ਅੰਸ਼ ਨੇ, ਅਕਾਲ ਪੁਰਖ ਦਾ ਸਰੂਪ ਨੇ। ਆਪ ਖੁਦ ਅਕਾਲ ਪੁਰਖ ਜਿਹੜੇ ਨੇ ਉਹ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੂਪ ਦੇ ਵਿੱਚ ਆਏ। ਤਾਤ ਮਾਤ ਮੁਰ ਅਲਖ ਅਰਾਧਾ ਬਹੁ ਬਿਦ ਜੋਗ ਸਾਧਨਾ ਸਾਧਾ। ਤੇ ਪਾਤਸ਼ਾਹ ਜੀਆਂ ਨੇ ਉਸ ਵੇਲੇ ਬਚਨ ਵੀ ਕੀਤਾ ਹੈ, ਤਬ ਪ੍ਰਭ ਆਇ ਸਮੋਹਿ ਦੀਆ ਤਬ ਹਮ ਜਨਮ ਕਲੂ ਮੈਂ ਲੀਆ। ਇਹ ਬਚਨ ਨੇ ਪਾਤਸ਼ਾਹ ਜੀਆਂ ਦੇ, ਗੁਰਬਾਣੀ ਦੇ ਵਿੱਚ ਆਪ ਉਹਨਾਂ ਨੇ ਲਿਖੇ ਨੇ ਵੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਉਹਦੀ ਆਗਿਆ ਦੇ ਵਿੱਚ ਅਸੀਂ ਸੰਸਾਰ ਵਿੱਚ ਅਵਤਾਰ ਲੈ ਕੇ ਆਏ। ਅਕਾਲ ਪੁਰਖ ਦਾ ਸਰੂਪ ਨੇ ਧੰਨ ਗੋਬਿੰਦ ਰਾਏ ਸਾਹਿਬ ਜੀ। ਧਰਿਓ ਸਰੂਪ ਤੇਜ ਸਮੁਦਾਏ। ਤੇ ਸਤਿਗੁਰੂ ਪਾਤਸ਼ਾਹ ਜੀਆਂ ਦਾ ਤੇਜ ਇੰਨਾ, ਤਾਪ ਇੰਨਾ ਕਿ ਮਹਾਰਾਜ ਦੇ ਚਿਹਰੇ ਵੱਲ ਤੱਕਣਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਇੰਨਾ ਤੇਜ ਪ੍ਰਤਾਪ ਹੈ, ਇੰਨਾ ਨਾਮ ਦਾ ਉਹਨਾਂ ਦੇ ਕੋਲ ਭੰਡਾਰਾ ਹੈ, ਇੰਨੀਆਂ ਸ਼ਕਤੀਆਂ ਤੇ ਦਾਤਾਂ ਨੇ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਇਹ ਬਚਨ ਸਰਵਣ ਕੀਤੇ ਸਨ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿੱਡੇ ਵੱਡੇ ਸੂਰਮੇ ਸਨ। ਸਤਿਗੁਰੂ ਜੀ 9 ਟੰਕਾ ਧਨੋਖਾ ਹੱਥ ਵਿੱਚ ਫੜ ਕੇ ਤੇ ਉਹਦੇ ਵਿੱਚੋਂ ਤੀਰ ਚਲਾਇਆ ਕਰਦੇ। ਜਿਸ ਵੇਲੇ ਮਹਾਰਾਜ ਸੱਚਖੰਡ ਨੂੰ ਗਏ ਉਸ ਵੇਲੇ ਵੀ ਉਹ ਤੀਰ ਦੇ ਵਿੱਚੋਂ, ਧਨੁੱਖ ਦੇ ਵਿੱਚੋਂ ਤੀਰ ਚਲਾਉਂਦਿਆਂ ਹੋਇਆਂ ਹੀ ਉਹਨਾਂ ਦੇ ਜਿਹੜੇ ਜ਼ਖਮ ਦੇ ਟੰਕੇ ਸਨ ਉਹ ਟੁੱਟੇ ਸਨ ਤੇ ਸੱਚਖੰਡ ਨੂੰ ਪਿਆਨਾ ਕਰ ਗਏ। ਇਹ ਕੱਲ੍ਹ ਸਾਖੀਆਂ ਆਪਾਂ ਦੀਵਾਨ ਵਿੱਚ ਸਰਵਣ ਕਰ ਲਈਆਂ। ਐਸੇ ਤੇਜ ਤਪ ਵਾਲੇ ਸਤਿਗੁਰੂ ਹਨ। ਸਿੰਘ ਖਾਲਸੇ ਉਤਪਤ ਹੋਵਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸ਼ੇਰ ਦੀ ਖਲ ਤੋਂ ਕਹਿਣ ਲੱਗੇ ਦੁਸ਼ਟ ਦਮਨ ਨੂੰ ਪੈਦਾ ਕੀਤਾ ਸਮੁੰਦਰ ਰਿਖੀ ਜੀਆਂ ਨੇ, ਤਾਂ ਦੁਸ਼ਟ ਦਮਨ ਜੀ ਪੈਦਾ ਹੋਏ ਹਨ। ਬੜ ਰਾਖਸ਼ ਕੋ ਦਲ ਬਲ ਖੋਵਾ। ਅਤੇ ਉਸ ਵੇਲੇ ਫਿਰ ਜਿਹੜੇ ਦੁਸ਼ਟ ਸਨ ਰਾਖਸ਼, ਉਹਨਾਂ ਦੇ ਬਲ ਨੂੰ ਨਾਸ ਕੀਤਾ। ਸ਼ੇਰ ਦੀ ਖਲ ਦੇ ਉੱਪਰ ਬੈਠੇ ਸਨ ਸਮੁੰਦਰ ਰਿਖੀ ਜੀ, ਤਪ ਦੇ ਵਿੱਚ ਬੰਦਗੀ ਵਿੱਚ ਬੈਠੇ ਹੋਏ। ਤੇ ਜਦੋਂ ਉਹ ਆਏ ਹੋਏ ਦੈਂਤ ਰਿਖੀ ਨੂੰ ਮਾਰਨ ਲੱਗੇ ਤੇ ਉਸ ਵੇਲੇ ਰਿਖੀ ਨੇ ਉਹ ਜਿਹੜੀ ਆਪਣੇ ਥੱਲੇ ਖਲ ਵਿਛਾਈ ਸੀ ਨਾ, ਵਿਛਾਉਣਾ ਵਿਛਾਇਆ, ਆਪਣੀ ਗੱਦੀ ਆਸਣ ਲਾ ਕੇ ਬੈਠੇ।
ਸ਼ੇਰ ਦੀ ਖੱਲ ਨੂੰ ਝਾੜਿਆ ਤੇ ਉਹਦੇ ਵਿੱਚੋਂ ਫਿਰ ਦੁਸ਼ਟ ਦਮਨ ਜੀਆਂ ਨੂੰ ਸੰਸਾਰ ਵਿੱਚ ਪ੍ਰਗਟ ਕੀਤਾ। ਅਤੇ ਦੁਸ਼ਟ ਦਮਨ ਜੀਆਂ ਨੇ ਫਿਰ ਹੱਥ ਜੋੜ ਕੇ ਆਖਿਆ, ਰਿਖੀ ਜੀ ਤੁਸੀਂ ਯਾਦ ਕੀਤਾ ਕੀ ਸੇਵਾ ਕਰੀਏ। ਤੇ ਉਸ ਵੇਲੇ ਰਿਖੀ ਜੀ ਕਹਿਣ ਲੱਗੇ, ਪੁੱਤਰ ਇਹਨਾਂ ਦੁਸ਼ਟਾਂ ਦਾ ਨਾਸ ਕਰੋ ਜਿਹੜੇ ਸਾਧੂਆਂ ਸੰਤਾਂ ਨੂੰ ਦੁੱਖ ਦਿੰਦੇ ਨੇ। ਇਹ ਬਚਨ ਸੁਣਦਿਆਂ ਸਾਰੀ ਕਹਿਣ ਲੱਗੇ, ਫਿਰ ਦੁਸ਼ਟ ਦਮਨ ਜੀਆਂ ਨੇ ਦੰਤਾਂ ਨੂੰ ਨਾਸ ਕੀਤਾ। ਜਿਸ ਤਰ੍ਹਾਂ ਭਗਤ ਪ੍ਰਹਿਲਾਦ ਦੀ ਰੱਖਿਆ ਵਾਸਤੇ, ਸੋ ਹਰਨਾਕਸ਼ ਨੂੰ ਮਾਰਨ ਵਾਸਤੇ, ਪ੍ਰਹਿਲਾਦ ਦੀ ਰੱਖਿਆ ਵਾਸਤੇ ਜਿਵੇਂ ਪਰਮੇਸ਼ਰ ਜੀ ਆਏ ਨੇ ਨਰ ਸਿੰਘ ਦੇ ਰੂਪ ਦੇ ਵਿੱਚ। ਕਿਉਂਕਿ ਕਈ ਵਾਰੀ ਲੋਕ ਸ਼ੰਕਾ ਵੀ ਕਰ ਲੈਂਦੇ ਨਾ ਵੀ ਇਸ ਤਰ੍ਹਾਂ ਕਿਵੇਂ ਪ੍ਰਗਟ ਹੋ ਸਕਦਾ ਪਰਮਾਤਮਾ। ਅਤੇ ਉਹਦੇ ਵਾਸਤੇ ਫਿਰ ਸਾਡੇ ਕੋਲ ਇਤਿਹਾਸ ਨਰ ਸਿੰਘ ਦਾ ਹੈ। ਗੁਰਬਾਣੀ ਦੇ ਵਿੱਚ ਬਚਨ ਦਰਜ ਨੇ ਕਿ ਨਰ ਸਿੰਘ ਜੀ ਉਸ ਵੇਲੇ ਥੰਮ ਦੇ ਵਿੱਚੋਂ ਪੈਦਾ ਹੋਏ ਸਨ। ਉਸੇ ਵੇਲੇ ਭਗਤ ਦੀ ਰੱਖਿਆ ਕਰਨ ਵਾਲੇ। ਜੋ ਜੋ ਤੇਰੇ ਭਗਤ ਦਿਖਾਏ ਉਹ ਤਤਕਾਲ ਤੁਮ ਮਾਰਾ। ਗੁਰਬਾਣੀ ਦਾ ਬਚਨ ਹੈ, ਜਦੋਂ ਭਗਤਾਂ ਨੂੰ ਕੋਈ ਦੁੱਖ ਦਿੰਦਾ ਤੇ ਪਰਮੇਸ਼ਰ ਜੀ ਛੇਤੀ ਦੇ ਨਾਲ ਫਿਰ ਉਸ ਦਾ ਨਾਸ ਵੀ ਕਰਦੇ। ਕਹਿਣ ਲੱਗੇ ਐਸੇ ਪਰਮਾਤਮਾ ਜਿਹੜੇ ਨੇ ਨਰ ਸਿੰਘ ਦੇ ਰੂਪ ਦੇ ਵਿੱਚ ਆਏ, ਉਹੀ ਪਰਮਾਤਮਾ ਜਿਹੜੇ ਨੇ ਸਮੁੰਡ ਰਿਖੀ ਦਾ ਭਲਾ ਕਰਨ ਵਾਸਤੇ, ਰੱਖਿਆ ਕਰਨ ਵਾਸਤੇ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਕਹਿਣ ਲੱਗੇ ਉਹਨਾਂ ਦੀ ਚਰਮ ਜਿਹੜੀ ਸੀ ਨਾ ਸ਼ੇਰ ਦੀ ਖੱਲ, ਉਹਦੇ ਵਿੱਚੋਂ ਪੈਦਾ ਹੋ ਕੇ ਰਿਖੀ ਦੀ ਮਦਦ ਕੀਤੀ ਔਰ ਜਿਹੜੇ ਦੈਂਤ ਸਨ ਉਹਨਾਂ ਦਾ ਨਾਸ ਕੀਤਾ ਹੈ। ਤਬ ਕੇ ਵਿਛੜੇ ਭਾਇਬ ਮੇਲਾ। ਉਦੋਂ ਦੇ ਵਿਛੜੇ ਹੋਏ। ਸਤਯੁਗ ਦੀ ਕਥਾ ਹੈ। ਸਤਯੁਗ ਦੇ ਵਿੱਚ ਸਮੁੰਡ ਰਿਖੀ ਦੀ ਰੱਖਿਆ ਕੀਤੀ ਸੀ ਦੁਸ਼ਟ ਦਮਨ ਦੀਆਂ ਨੇ। ਕਵੀ ਜੀ ਕਹਿਣ ਲੱਗੇ ਉਸ ਤੋਂ ਬਾਅਦ ਵਿੱਚ ਵਿਛੋੜਾ ਪੈ ਗਿਆ। ਸਮੁੰਡ ਰਿਖੀ ਜੀ ਆਪਣੇ ਤਾਪ ਵਿੱਚ ਬੈਠ ਗਏ, ਦੁਸ਼ਟ ਦਮਨ ਜੀ ਜਿਹੜੇ ਸਨ ਆਪਣੇ ਸਿਮਰਨ ਵਿੱਚ ਬੈਠ ਗਏ। ਉਦੋਂ ਤੋਂ ਵਿਛੜੇ ਹੋਏ। ਹੁਣ ਕਲਯੁਗ ਦੇ ਵਿੱਚ ਆ ਕੇ ਪਿਤਾ ਦੇ ਪੁੱਤਰ ਦੇ ਰੂਪ ਦੇ ਵਿੱਚ ਇੱਕ ਦੂਜੇ ਨਾਲ ਮਿਲਾਪ ਹੋਇਆ ਹੈ। ਜਨ ਬ੍ਰਹਮ ਗਿਆਨ ਆਨੰਦ ਸੁਹੇਲਾ। ਤੇ ਕਹਿਣ ਲੱਗੇ ਵੀ ਇਸੇ ਤਰ੍ਹਾਂ ਮਾਨੋ ਬ੍ਰਹਮ ਗਿਆਨ ਦੇ ਆਨੰਦ ਜਿਹੜੇ ਨੇ ਉਹ ਸ਼ੋਭਾ ਪਾ ਰਹੇ ਹਨ। ਸ੍ਰੀ ਨਾਨਕ ਕੀ ਜੋਤ ਮਜਾਰੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੀ ਜਿਹੜੀ ਪਵਿੱਤਰ ਜੋਤ ਹੈ, ਗੁਰਤਾ ਗੱਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਧਾਰੀ। ਇਸ ਵੇਲੇ ਉਸ ਗੁਰਤਾ ਗੱਦੀ ਦੇ ਉੱਪਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ 9ਵੀਂ ਥਾਂ ਤੇ ਬਿਰਾਜੇ ਹੋਏ ਹਨ। ਤਿਸੀ ਅੰਸ਼ ਮੈਂ ਚਾਹਤ ਮੇਲੀ। ਅਤੇ ਇਸੇ ਤਰ੍ਹਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਜਿਹੜੇ ਹਨ ਇਸੇ ਅੰਸ਼ ਦੇ ਵਿੱਚ, ਇਸੇ ਲੜੀ ਦੇ ਵਿੱਚ ਅੱਗੇ ਆਉਣ ਵਾਲੇ 10ਵੇਂ ਗੁਰੂ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਤੇ ਬਿਰਾਜਣਾ ਹੈ। ਦੇਖਤ ਸੁਤ ਕੀ ਦੁੱਤ ਸੁਖ ਝੇਲੀ। ਤੇ ਉਸ ਵੇਲੇ ਆਪਣੇ ਪੁੱਤਰ ਦੀ ਜਿਹੜੀ ਸੋਭਾ ਹੈ ਨਾ ਅਤੇ ਉਹਨਾਂ ਦੀ ਬਿਰਤੀ ਜਿਹੜੀ ਹੈ ਸਿਮਰਨ ਵਿੱਚ ਜੁੜੀ ਹੋਈ, ਨਾਮ ਦੇ ਵਿੱਚ ਜੁੜੀ ਹੋਈ, ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇਖਦੇ ਹਨ। ਬੈਠ ਗਏ ਤਬ ਸਤਿਗੁਰ ਗਾਦੀ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਫਿਰ ਗੱਦੀ ਦੇ ਉੱਪਰ ਸੁਸ਼ੋਭਿਤ ਹੋਏ। ਮਿਲ ਸਭ ਹਿਨ ਕੇ ਉਰ ਐ ਲਾਦੀ। ਜਿਹੜੀਆਂ ਸੰਗਤਾਂ ਗੁਰਮੁਖੋਂ ਮਿਲੀਆਂ ਬੜੀਆਂ ਖੁਸ਼ ਹੋਈਆਂ। ਸਤਿਗੁਰੂ ਕਈ ਸਾਲ ਹੋ ਗਏ ਪਟਨਾ ਸਾਹਿਬ ਤੋਂ ਗਿਆ ਰਾਜੇ ਦੀ ਮਦਦ ਵਾਸਤੇ, ਅੱਜ ਕਈ ਸਾਲਾਂ ਪਿੱਛੋਂ ਆਏ ਨੇ। ਸੰਗਤਾਂ ਦਾ ਮੰਨ ਲਓ ਕਿ ਬਹੁਤ ਜ਼ਿਆਦਾ ਇਕੱਠ ਹੀ ਉਮੜ ਕੇ ਆ ਗਿਆ ਦਰਸ਼ਨ ਕਰਨ ਵਾਸਤੇ। ਜਿਹੜਾ ਦਰਸ਼ਨ ਕਰਦਾ ਬੜਾ ਆਨੰਦਿਤ ਹੁੰਦਾ ਹੈ। ਵਿਸ਼ਨ ਸਿੰਘ ਨ੍ਰਿਪ ਢੁਗ ਹੋਇ ਉਸ ਗਾਇਓ। ਵੇਲੇ ਜਿਹੜਾ ਰਾਜਾ ਸੀ ਨਾ ਰਾਮ ਸਿੰਘ ਇਹਦਾ ਨਾਮ ਹੈ ਤੇ ਜੈਪੁਰ ਦਾ ਇਹ ਰਾਜਾ ਹੈ। ਅੱਜ ਵੀ ਤੁਸੀਂ ਰਾਜਿਆਂ ਦਾ ਇਤਿਹਾਸ ਕੱਢ ਕੇ ਪੜ੍ਹੋਗੇ ਨਾ ਗ੍ਰੰਥਾਂ ਦੇ ਵਿੱਚ ਤੇ ਉਹ ਤੁਹਾਨੂੰ ਜੈਪੁਰ ਦਾ ਰਾਜਾ ਰਾਮ ਸਿੰਘ ਜਿਹੜਾ ਹੈ ਉਹਦਾ ਰਾਜ, ਉਹਦਾ ਨਾਮ, ਉਹ ਗੱਦੀ ਤੇ ਬੈਠਾ ਉਹਨੇ ਰਾਜ ਕੀਤਾ, ਇਹ ਮਿਲ ਸਕਦਾ ਹੈ। ਕਹਿਣ ਲੱਗੇ ਇਹ ਰਾਜਾ ਵੀ ਮਹਾਰਾਜ ਦੇ ਕੋਲ ਬੈਠਾ ਹੈ। ਵਿਖ ਸਰੂਪ ਪਾਇਨ ਲਪਟਾਇਓ। ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪਵਿੱਤਰ ਸਰੂਪ ਵੇਖ ਕੇ ਨਾ, ਮਹਾਰਾਜ ਦਾ ਚਿਹਰਾ ਤੱਕ ਕੇ, ਮੱਥੇ ਦਾ ਤੇਜ ਤਾਪ ਦੇਖ ਕੇ ਰਾਜੇ ਤੋਂ ਰਿਹਾ ਨਹੀਂ ਗਿਆ। ਗੋਬਿੰਦ ਰਾਏ ਜੀਆਂ ਦੇ ਚਰਨਾਂ ਤੇ ਨਮਸਕਾਰ ਕਰਦਾ। ਦਿਪੈ ਤੇਜ ਵਿੱਚ ਲੋਚਨ ਐਸੇ। ਸਤਿਗੁਰੂ ਪਾਤਸ਼ਾਹ ਜੀਆਂ ਦੇ ਨੇਤਰਾਂ ਦੇ ਵਿੱਚ ਬੜਾ ਤੇਜ ਪ੍ਰਤਾਪ ਹੈ। ਨੇਤਰਾਂ ਦੇ ਵਿੱਚ ਇਹੋ ਜੀ ਕ੍ਰਾਂਤੀ ਹੈ, ਇਹੋ ਜਿਹਾ ਜੋਸ਼ ਹੈ, ਇਹੋ ਜਿਹਾ ਤਾਪ ਦਾ ਬਲ ਹੈ ਮਹਾਰਾਜ ਗੋਬਿੰਦ ਰਾਏ ਜੀਆਂ ਦੇ ਨੇਤਰਾਂ ਦੇ ਵਿੱਚ ਜਿਹੜਾ ਸਾਫ਼ ਦਿਖਾਈ ਦਿੰਦਾ ਹੈ। ਰੰਗ ਬਿਲੌਰ ਪਾਤਰ ਮੈਂ ਜੈਸੇ। ਕਹਿਣ ਲੱਗੇ ਜਿਵੇਂ ਬਲੌਰ ਦੇ ਭਾਂਡੇ ਵਿੱਚ ਜਿਵੇਂ ਕੋਈ ਚਮਕਦਾ ਪਦਾਰਥ ਪਾਈਦਾ। ਬਲੌਰ ਇੱਕ ਕੱਚ ਦਾ ਨਾਮ ਹੈ ਜਿਹੜਾ ਕਿ ਬੜਾ ਚਮਕਦਾ ਹੈ ਤੇ ਉਹਦੇ ਵਿੱਚ ਜੇ ਕੋਈ ਚਮਕਦੀ ਚੀਜ਼ ਪਾ ਦਈਏ ਤੇ ਉਹਦੀ ਹੋਰ ਚਮਕ ਬਣ ਜਾਂਦੀ ਹੈ। ਜੋਗੀ ਲੋਕ ਨੇ ਨਾ ਜਿਹੜੇ ਗੋਰਖਨਾਥ ਦੇ ਚੇਲੇ, ਉਹ ਬਲੌਰ ਕੱਚ ਦੀਆਂ ਮੁੰਦਰਾਂ ਆਪਣੇ ਕੰਨਾਂ ਵਿੱਚ ਪਾਉਂਦੇ ਨੇ। ਬਲੌਰ ਦੀਆਂ ਮੁੰਦਰਾਂ ਉਹਨਾਂ ਨੂੰ ਕਿਹਾ ਜਾਂਦਾ, ਕੱਚ ਦੀਆਂ ਬਣੀਆਂ ਹੋਈਆਂ। ਉਹ ਸਾਫ਼ ਹੀ ਰਹਿੰਦੀਆਂ, ਚਿੱਟੀਆਂ ਹੀ ਰਹਿੰਦੀਆਂ, ਚਮਕਦੀਆਂ ਹੀ ਰਹਿੰਦੀਆਂ। ਬਲੌਰ ਇੱਕ ਕੱਚ ਦਾ ਹੀ ਨਾਮ ਹੈ। ਕਹਿਣ ਲੱਗੇ ਜਿਵੇਂ ਬਲੌਰ ਦਾ ਕੋਈ ਭਾਂਡਾ ਹੋਵੇ, ਉਹਦੇ ਵਿੱਚ ਚਮਕਦੀ ਚੀਜ਼ ਪਾ ਦਈਏ ਤੇ ਉਹ ਬੜੀ ਚਮਕਦੀ ਹੈ, ਭਾਂਡੇ ਨੂੰ ਵੀ ਚਮਕਾ ਦਿੰਦੀ ਹੈ। ਧੰਨ ਗੋਬਿੰਦ ਰਾਏ ਮਹਾਰਾਜ ਜੀਆਂ ਦੇ ਨੇਤਰ ਜਿਹੜੇ ਨੇ ਨਾ ਇਸ ਤਰ੍ਹਾਂ ਚਮਕਦੇ ਨੇ। ਜਦੋਂ ਰਾਜੇ ਨੇ ਤੱਕਿਆ ਨਾ ਮਹਾਰਾਜ ਦੇ ਨੇਤਰਾਂ ਦੇ ਵੱਲ, ਐਸੀ ਨੇਤਰਾਂ ਦੀ ਚਮਕ ਵੇਖ ਕੇ ਸਮਝ ਗਿਆ ਵੀ ਇਹ ਤੇ ਬਹੁਤ ਵੱਡੇ ਤੇਜ ਪ੍ਰਤਾਪੀ ਹਨ। ਚੰਚਲ ਅਦਕ ਸਲੋਨੀ ਸੂਰਤ। ਤੇ ਸਤਿਗੁਰੂ ਪਾਤਸ਼ਾਹ ਜੀਆਂ ਦੀ
ਜਿਹੜੀ ਸੂਰਤੀ ਹੈ ਨਾ, ਮੁਖ ਬਹੁਤ ਸੁੰਦਰ ਹੈ, ਉਹਦੀ ਉਪਮਾ ਕਹੀ ਨਹੀਂ ਜਾ ਸਕਦੀ ਹੈ। ਭਾਈ ਨੰਦ ਲਾਲ ਜੀਆਂ ਨੇ ਲਿਖਿਆ, ਕਹਿਣ ਲੱਗੇ ਮਹਾਰਾਜ ਤੁਹਾਡੀ ਸ਼ੋਭਾ ਦੇ ਜੇ ਵਰਣਨ ਕਰਨ ਲੱਗਾ ਤੇ ਮੈਂ ਇੱਕ ਕੇਸ ਦੀ ਮਹਿਮਾ ਨਹੀਂ ਵਰਣਨ ਕਰ ਸਕਦਾ, ਚਿਹਰੇ ਦੀ ਮਹਿਮਾ ਕਹਿਣੀ ਤੇ ਦੂਰ ਦੀ ਗੱਲ ਹੈ। ਐਸਾ ਸੁੰਦਰ ਸਰੂਪ ਧੰਨ ਗੋਬਿੰਦ ਰਾਏ ਜੀਆਂ ਦਾ ਹੈ। ਮਨੋ ਵੀਰ ਰਸ ਧਾਰੀ ਮੂਰਤ, ਮੰਨ ਲਓ ਵੀ ਵੀਰ ਰਸ ਨੇ ਹੀ ਸਰੀਰ ਧਾਰਿਆ ਹੈ। ਐਸਾ ਸੁੰਦਰ ਸਰੂਪ, ਐਸਾ ਫੁਰਤੀ ਵਾਲਾ, ਚੁਸਤੀ ਵਾਲਾ, ਅਤੇ ਜਿਹਦੇ ਦਿਦਾਰੇ ਕਰਕੇ ਮਨ ਨੂੰ ਆਨੰਦ ਆ ਜਾਵੇ, ਐਸਾ ਸਰੂਪ ਮਹਾਰਾਜ ਜੀਆਂ ਦਾ ਹੈ। ਕਹਿਤ ਭਇਓ ਏ ਸਾਹਿਬਜ਼ਾਦਾ, ਉਸ ਵੇਲੇ ਉਹ ਕਹਿਣ ਲੱਗ ਪਿਆ, ਰਾਜਾ ਰਾਮ ਸਿੰਘ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਇਹ ਜੋ ਤੁਹਾਡੇ ਪੁੱਤਰ ਹਨ ਗਿਪ ਗਨ ਗਾਇਨ ਹੋਏ ਜਮਦਾਦਾ, ਤੇ ਇਹ ਬਹੁਤ ਜ਼ਿਆਦੇ ਦੁਸ਼ਟਾਂ ਨੂੰ ਨਾਸ ਕਰਨਗੇ। ਕਿਵੇਂ ਨਾਸ ਕਰਨਗੇ? ਆਪਣੇ ਦਾਦੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਵਾਂਗ। ਹੁਣ ਰਾਜੇ ਨੇ ਵੀ ਇਤਿਹਾਸ ਸਰਵਣ ਕੀਤਾ ਨਾ ਗੁਰੂ ਘਰ ਦਾ, ਉਹਨੂੰ ਪਤਾ ਹੈ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ 4 ਜੰਗ ਕਰਕੇ ਦੁਸ਼ਟਾਂ ਨੂੰ ਨਾਸ ਕੀਤਾ ਹੈ। ਰਾਜਾ ਕਹਿਣ ਲੱਗ ਪਿਆ, ਕਹਿੰਦਾ ਮਹਾਰਾਜ ਤੁਹਾਡੇ ਪੁੱਤਰ ਵੱਲ ਵੇਖ ਕੇ ਇਸ ਤਰ੍ਹਾਂ ਲੱਗਦਾ ਹੈ ਵੀ ਇਹ ਆਪਣੇ ਦਾਦੇ ਦੇ ਵਾਂਗ ਬੜੇ ਭਿਆਨਕ ਜੰਗ ਕਰਕੇ ਦੁਸ਼ਟਾਂ ਨੂੰ ਨਾਸ ਕਰਨਗੇ। ਆਪ ਸ਼ਾਂਤ ਕੀ ਬ੍ਰਿਤ ਉਦਾਰੀ, ਸਤਿਗੁਰੂ ਪਾਤਸ਼ਾਹ ਜੀ ਤੁਹਾਡੀ ਬਿਰਤੀ ਤੇ ਬੜੀ ਸ਼ਾਂਤ ਹੈ। ਤੁਸੀਂ ਤੇ ਬਚਨ ਕਰਦੇ ਹੋ, ਸਾਧ ਹੋ ਮਨ ਕਾ ਮਾਨ ਤਿਆਗੋ, ਮਨ ਕੀ ਮਨ ਹੀ ਮਾਹੇ ਰਹੀ, ਐਸੇ ਬਚਨ ਆਪ ਜੀ ਕਰਦੇ ਹੋ। ਪਰ ਮਹਾਰਾਜ ਇਹ ਜਿਹੜਾ ਤੁਹਾਡਾ ਸਰੂਪ ਇਹ ਤੇ ਸ਼ਾਂਤ ਸਰੂਪ ਹੈ। ਤੁਸੀਂ ਸੰਸਾਰ ਦੇ ਨਾਲੋਂ ਮੋਹ ਟੁੱਟਣ ਵਾਸਤੇ, ਮੋਹ ਨੂੰ ਪਰੇ ਕਰਨ ਵਾਸਤੇ ਬਚਨ ਆਪ ਜੀ ਕਰਦੇ ਹੋ। ਇਹ ਵੱਡ ਵੀਰ ਬਨੈ ਪੁਜ ਪਰ ਪਾਰੀ, ਤੁਹਾਡਾ ਪੁੱਤਰ ਜਿਹੜਾ ਨੇ ਤੇ ਵੱਡਾ ਸੂਰਮਾ ਬਣੇਗਾ। ਬਹੁਤੇ ਬਾਹਾਂ ਵਿੱਚ ਇਹਨਾਂ ਦੇ ਬਹੁਤਾ ਬਲ ਹੋਵੇਗਾ। ਦੁਸ਼ਟਾਂ ਨੂੰ ਨਾਸ ਕਰਨ ਵਾਲੇ ਐਸੇ ਹੋਣਗੇ ਕਿ ਇਹਨਾਂ ਦੇ ਸਾਹਮਣੇ ਕੋਈ ਵੈਰੀ ਖੜ ਨਹੀਂ ਸਕੇਗਾ। ਇਨ ਕੀ ਆਕ੍ਰਿਤ ਇਮ ਦੇ ਪਤਾਵੈ, ਇਹਨਾਂ ਦੀ ਜਿਹੜੀ ਸਰੀਰ ਦੀ ਦੇਖ ਰੇਖ ਹੈ ਨਾ, ਸ਼ੋਭਾ ਜਿਹੜੀ ਸਰੀਰ ਦੀ, ਜਾਂ ਡੀਲ ਡੌਲ ਇਹਨਾਂ ਦੇ ਸਰੀਰ ਦੀ, ਇਹਨਾਂ ਦੇ ਹੱਥਾਂ ਪੈਰਾਂ ਤੋਂ ਵੇਖ ਕੇ, ਇਹਨਾਂ ਦੀ ਸਰੀਰ ਦੀ ਫੁਰਤੀ ਤੋਂ ਵੇਖ ਕੇ, ਇਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਚੰਚਲ ਵੇਖ ਕੇ ਲੱਗਦਾ ਹੈ ਵੀ ਇਹ ਬਹੁਤ ਵੱਡੇ ਸੂਰਮੇ ਬਣ ਕੇ ਇਹਨਾਂ ਨੇ ਦੁਨੀਆ ਵਿੱਚ ਪ੍ਰਸਿੱਧ ਹੋਣਾ ਹੈ। ਸਖਾ ਸਹਾਇਕ ਅਰਨ ਖਪਾਵੈ, ਤੇ ਇਹ ਆਪਣੇ ਮਿੱਤਰਾਂ ਦੀ ਮਦਦ ਕਰਨਗੇ ਤੇ ਦੁਸ਼ਟਾਂ ਨੂੰ ਨਾਸ ਕਰਨਗੇ। ਗੁਰਮੁਖੋ ਦੁਨੀਆ ਦਾ ਇਤਿਹਾਸ ਪੜ੍ਹ ਕੇ ਵੇਖ ਲਵੋ, ਦੁਨੀਆ ਦੀਆਂ ਜੰਗਾਂ ਪੜ੍ਹ ਕੇ ਵੇਖ ਲਓ। ਬੜੇ ਬੜੇ ਸੂਰਮਿਆਂ ਨੇ ਬੜੀਆਂ ਬੜੀਆਂ ਜੰਗਾਂ ਕੀਤੀਆਂ, ਪਰ ਤੁਹਾਨੂੰ ਇਹੋ ਜੀ ਜੰਗ ਕਿਤੇੋਂ ਨਹੀਂ ਮਿਲੇਗੀ ਵੀ ਲੱਖਾਂ ਦੇ ਘੇਰੇ ਵਿੱਚ ਕੇਵਲ 40 ਬੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲੈ ਕੇ ਖੜ ਗਏ ਅਤੇ ਲੱਖਾਂ ਦੀ ਫੌਜ ਉੱਥੇ ਖਪਾ ਦਿੱਤੀ ਹੈ। ਇਹੋ ਜਿਹਾ ਜਰਨੈਲ, ਇਹੋ ਜਿਹਾ ਸੂਰਮਾ ਦੁਨੀਆ ਦੇ ਕਿਸੇ ਵੀ ਇਤਿਹਾਸ ਦੇ ਪੱਤਰੇ ਦੇ ਉੱਪਰ ਤੁਹਾਨੂੰ ਨਹੀਂ ਮਿਲੇਗਾ। ਏਡਾ ਵੱਡਾ ਸੂਰਮਾ ਕੇਵਲ 40 ਭੁੱਖੇ ਤੇ ਪਿਆਸੇ, ਬਿਨਾਂ ਵਸਤਰਾਂ ਤੋਂ, ਬਿਨਾਂ ਸ਼ਸਤਰਾਂ ਤੋਂ ਮਹਾਰਾਜ ਦੇ ਸਿੱਖ ਅਤੇ ਆਪ ਮਹਾਰਾਜ ਉਹਨਾਂ ਵਿੱਚ ਵਿਰਾਜਮਾਨ। ਏਡੀ ਵੱਡੀ ਦੁਸ਼ਮਣ ਦੀ ਫੌਜ, ਉਹ ਵੀ ਜੇਤੂ ਫੌਜ ਔਰੰਗਜ਼ੇਬ ਦੀ, ਜਿਨ੍ਹਾਂ ਨੂੰ ਪੂਰੀ ਪੂਰੀ ਬਾਦਸ਼ਾਹ ਦੀ ਹਮਾਇਤ ਹੈ। ਬੜੇ ਬੜੇ ਉਹਨਾਂ ਕੋਲ ਆਧੁਨਿਕ ਸ਼ਾਸਤਰ ਨੇ, ਹਥਿਆਰ ਨੇ ਉਸ ਸਮੇਂ ਦੇ, ਪਰ ਉਹਨਾਂ ਸਾਰਿਆਂ ਨੂੰ ਅੱਗੇ ਲਾ ਛੱਡਿਆ, ਡੱਕ ਛੱਡਿਆ। ਸਾਰਾ ਦਿਨ ਗੜੀ ਤੋਂ ਬਾਰ-ਬਾਰ, ਸਾਰੀ ਰਾਤ ਬਾਰ-ਬਾਰ ਹੀ ਉਹਨਾਂ ਨੂੰ ਬਿਠਾ ਛੱਡਿਆ, ਨੇੜੇ ਕੋਈ ਨਹੀਂ ਪਹੁੰਚ ਸਕਿਆ। ਐਸੇ ਸੂਰਮੇ ਧੰਨ 10ਵੇਂ ਪਾਤਸ਼ਾਹ, ਇਹੋ ਜਿਹਾ ਇਤਿਹਾਸ ਤੁਹਾਨੂੰ ਦੁਨੀਆ ਦੇ ਕਿਸੇ ਪੱਤਰੇ ਤੇ ਇਹੋ ਜੀ ਸੂਰਮਤਾਈ ਵਾਲਾ ਨਹੀਂ ਮਿਲਣਾ ਹੈ। ਬਿਸ਼ਨ ਸਿੰਘ ਤਬ ਦਏ ਬੇਭੂਖਨ, ਉਸ ਵੇਲੇ ਰਾਮ ਸਿੰਘ ਰਾਜੇ ਨੇ ਮਹਾਰਾਜ ਨੂੰ ਭੇਟ ਕਰਨ ਵਾਸਤੇ ਆਪਣੇ ਕੋਲੋਂ ਕੁਝ ਗਹਿਣੇ ਜਿਹੜੇ ਸਨ ਸੋਨੇ ਦੇ, ਉਸ ਵੇਲੇ ਭੇਟ ਕੀਤੇ ਹਨ। ਆਪਣੇ ਕਰ ਪੈ ਰਾਏ ਅਦੁਖਨ, ਤੇ ਆਪਣੇ ਹੱਥਾਂ ਦੇ ਨਾਲ ਮਹਾਰਾਜ ਆ ਮੇਰਾ ਕੰਗਣ ਆਪ ਜੀ ਕਿਰਪਾ ਕਰਕੇ ਪਹਿਨ ਲਵੋ। ਸੋਹਣੇ ਗਹਿਣੇ, ਮੋਤੀਆਂ ਦੀਆਂ ਮਾਲਾ ਅਤੇ ਸੋਨੇ ਦੇ ਬਣੇ ਕੰਗਣ ਜਿਹੜੇ ਨੇ ਰਾਜੇ ਰਾਮ ਸਿੰਘ ਨੇ ਆਪ ਮਹਾਰਾਜ ਦੇ ਹੱਥਾਂ ਵਿੱਚ ਪਹਿਨਾਏ ਹਨ। ਕੰਕਨ ਕੰਚਨ ਜਟਤ ਜਰਾਏ, ਬੜੇ ਸੋਹਣੇ ਕੜੇ ਜਿਨ੍ਹਾਂ ਵਿੱਚ ਬੜੇ ਚੰਗੇ ਜੜਤ ਜੜੀ ਹੋਈ ਹੈ, ਬੜੇ ਸੋਹਣੇ ਹੀਰੇ ਲੱਗੇ ਹੋਏ ਹਨ। ਦੋਨੋਂ ਹੱਥਨ ਮੈਂ ਪੈਰਾਏ, ਦੋਵਾਂ ਹੱਥਾਂ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਦਾ ਬਚਪਨ ਦਾ ਨਾਮ ਗੋਬਿੰਦ ਰਾਏ ਹੈ, ਉਹਨਾਂ ਦੇ ਹੱਥਾਂ ਵਿੱਚ ਪਹਿਨਾਏ ਹਨ। ਮੁਕਤਾ ਮਾਲ ਵਿਸਾਲ ਉਜਾਲੀ, ਮੋਤੀਆਂ ਦੀ ਬਹੁਤ ਸੋਹਣੀ ਮਾਲਾ, ਜਿਹੜੇ ਮੋਤੀ ਚਮਕਦੇ ਪਏ ਹਨ। ਗੁਰ ਪੈ ਰਾਏ ਮਾਂ ਦੁੱਤ ਵਾਲੀ, ਤੇ ਸਤਿਗੁਰਾਂ ਦੇ ਗਲ ਦੇ ਵਿੱਚ ਪਹਿਨਾਈ ਉਸ ਵੇਲੇ ਰਾਜੇ ਨੇ ਆਪਣੇ ਕੋਲੋਂ ਸੋਹਣੀ ਮਾਲਾ ਸਤਿਗੁਰਾਂ ਦੇ ਸੁਪੁੱਤਰ ਗੋਬਿੰਦ ਰਾਏ ਜੀਆਂ ਦੇ ਗਲ ਵਿੱਚ ਉਸ ਵੇਲੇ ਪਹਿਨਾਈ ਹੈ। ਪਸ਼ਮੰਬਰ ਦੇ ਬਰਨ ਬਰਨ ਕੇ, ਤੇ ਕਹਿਣ ਲੱਗੇ ਪਸ਼ਮੀਨੇ ਦੇ ਕੱਪੜੇ ਜਾਂ ਰੇਸ਼ਮ ਦੇ ਕੱਪੜੇ, ਕਈ ਤਰ੍ਹਾਂ ਦੇ, ਕਈ ਰੰਗਾਂ ਦੇ ਵਸਤਰ ਜਿਹੜੇ ਨੇ ਰਾਜੇ ਨੇ ਆਪਣੇ ਵੱਲੋਂ ਭੇਟ ਕੀਤੇ ਹਨ। ਨਿਜ ਕਰ ਧਰੇ ਸਮੀਪ ਚਰਨ ਕੇ, ਤੇ ਸਤਿਗੁਰਾਂ ਦੇ ਚਰਨਾਂ ਦੇ ਕੋਲ, ਧੰਨ ਗੋਬਿੰਦ ਰਾਏ ਮਹਾਰਾਜ ਜੀਆਂ ਦੇ ਚਰਨਾਂ ਦੇ ਕੋਲ ਰਾਜੇ ਨੇ ਰੇਸ਼ਮ ਦੇ ਸੋਹਣੇ ਵਸਤਰ ਕਈ ਰੰਗਾਂ ਦੇ ਲਿਆ ਕੇ ਭੇਟ ਰੱਖੇ ਹਨ। ਕੁਸ਼ਲ ਪ੍ਰਸ਼ਨ ਦੋਇ ਦੇਸ਼ ਤੇ ਹੋਏ, ਦੋਵਾਂ ਪਾਸਿਆਂ ਤੋਂ ਸੁਖ ਸ਼ਾਂਤ ਦੇ ਪ੍ਰਸ਼ਨ ਜਿਹੜੇ ਨੇ ਹੋਏ ਨੇ। ਧੰਨ ਗੋਬਿੰਦ ਰਾਏ ਮਹਾਰਾਜ ਸਾਹਿਬ ਜੀਆਂ ਦੀ ਸੁਖ ਸ਼ਾਂਤ, ਪਰਿਵਾਰ ਦੀ ਸੁਖ ਸ਼ਾਂਤ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪੁੱਛੀ ਹੈ, ਔਰ ਪਰਿਵਾਰ ਵੱਲੋਂ
ਰਾਜੇ ਦੀ ਔਰ ਸਤਿਗੁਰਾਂ ਦੀ ਸੁਖ ਸ਼ਾਂਤ ਪੁੱਛੀ ਗਈ। ਐਸੇ ਪ੍ਰਸ਼ਨ ਉੱਤਰ ਆਪਸ ਵਿੱਚ ਹੋਏ ਹਨ। ਹੇਰਤ ਥੇਰੇ ਘੋਰ ਸਭ ਕੋਏ, ਤੇ ਉਸ ਵੇਲੇ ਘੇਰ ਸਭ ਕੋਏ, ਸਾਰੇ ਘੇਰ ਕੇ ਖੜ ਗਏ, ਮਹਾਰਾਜ ਦੇ ਦਰਸ਼ਨਾਂ ਨੂੰ ਤੱਕਦੇ ਹਨ। ਕਰੈ ਦਰਸ ਕੋ ਅਰਪੋ ਪਾਇਨ, ਤੇ ਸਤਿਗੁਰੂ ਪਾਤਸ਼ਾਹ ਦਾ ਦਰਸ਼ਨ ਕਰਦੇ ਤੇ ਭੇਟਾ ਆਪੋ ਆਪਣੇ ਕੋਲੋਂ ਰੱਖਦੇ ਹਨ। ਕੋ ਟਿਕ ਪਹੁੰਚੈ ਪਰਸੈ ਪਾਇਨ, ਕੋਈ ਨੇੜੇ ਪਹੁੰਚਦਾ, ਜਿਹੜਾ ਨੇੜੇ ਪਹੁੰਚ ਸਕਦਾ ਉਹ ਕੋਲ ਪਹੁੰਚ ਕੇ ਮਹਾਰਾਜ ਦੇ ਚਰਨਾਂ ਨੂੰ ਹੱਥ ਲਾ ਕੇ ਮੱਥਾ ਟੇਕਦੇ ਹਨ। ਸਤਿਗੁਰ ਜਥਾ ਜੋਗ ਸਤਕਾਰੇ, ਸਤਿਗੁਰੂ ਪਾਤਸ਼ਾਹ ਨੇ ਸਾਰਿਆਂ ਦੇ ਸਤਿਕਾਰ ਕੀਤਾ, ਪਰ ਸਤਿਕਾਰ ਵੀ ਆਪੋ ਆਪਣਾ ਹੁੰਦਾ, ਕਿਸੇ ਦਾ ਬਹੁਤਾ ਕਿਸੇ ਦਾ ਥੋੜਾ। ਜਿਵੇਂ ਦੀ ਕੋਈ ਸੇਵਾ, ਜਿਵੇਂ ਦੀ ਕੋਈ ਭਾਵਨਾ ਲੈ ਕੇ ਆਉਂਦਾ, ਉਵੇਂ ਉਵੇਂ ਦਾ ਸਤਿਕਾਰ ਮਿਲਦਾ ਹੈ। ਮ੍ਰਿਦੁਲ ਬਾਖ ਤੇ ਸਭ ਬੈਠਾਰੇ, ਸਤਿਗੁਰਾਂ ਨੇ ਬੜੇ ਕੋਮਲ ਤੇ ਮਿੱਠੇ ਬਚਨ ਸਾਰਿਆਂ ਨੂੰ ਕਰਕੇ ਬਿਠਾਇਆ ਹੈ। ਜਾਚਕ ਗਨ ਕੇਤਕ ਚਲੇ ਆਏ, ਕੁਝ ਮੰਗਤੇ ਆ ਗਏ। ਹੁਣ ਲੋੜਵੰਦ ਮੰਗਤਿਆਂ ਨੂੰ ਪਤਾ ਵੀ ਮਹਾਰਾਜ ਆਏ ਨੇ, ਦਾਨ ਕਰਨਗੇ। ਮੰਗਤੇ ਜਿਹੜੇ ਲੋੜਵੰਦ ਸਨ ਉਹ ਚੱਲ ਕੇ ਆ ਗਏ ਹਨ। ਜਾਚਤ ਉੱਚੇ ਬਾਖ ਸ਼ਬਦ ਤੇ ਸੁਨਾਏ, ਸਤਿਗੁਰਾਂ ਦੇ ਕੋਲੋਂ ਉੱਚੀ ਆਵਾਜ਼ ਦੇ ਵਿੱਚ ਇਹਨਾਂ ਨੇ ਆਵਾਜ਼ਾਂ ਦੇ ਕੇ ਮੰਗਿਆ ਵੀ ਮਹਾਰਾਜ ਸਾਡੀ ਝੋਲੀ ਦੇ ਵਿੱਚ ਦਾਨ ਜਿਹੜਾ ਮਾਇਆ ਦਾ ਪਾਉਣਾ ਕਰੋ। ਤਪਨ ਲਿਪ ਬਿੰਦ ਦਰਬ ਕਰ ਧਾਰਿਓ, ਉਸ ਵੇਲੇ ਰਾਜੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਇਸ ਵਾਲੀ ਮੈਨੂੰ ਦਾਨ ਕਰ ਲੈਣ ਦਿਓ, ਮੇਰਾ ਦਾਨ ਸਫਲਾ ਹੋ ਜਾਵੇਗਾ। ਰਾਜਾ ਜਿਹੜਾ ਰਾਮ ਸਿੰਘ ਹੈ ਆਪਣੇ ਹੱਥਾਂ ਦੇ ਨਾਲ ਫਿਰ ਉਹਨਾਂ ਮੰਗਤਿਆਂ ਨੂੰ, ਲੋੜਵੰਦਾਂ ਨੂੰ ਦਾਨ ਦੇਣ ਲੱਗਾ ਹੈ। ਸਾਹਿਬਜ਼ਾਦੇ ਉੱਪਰ ਵਾਰਿਓ, ਤੇ ਸਾਹਿਬਜ਼ਾਦੇ ਧੰਨ ਗੋਬਿੰਦ ਰਾਏ ਸਾਹਿਬ ਜੀਆਂ ਦੇ ਸਿਰ ਦੇ ਉੱਪਰ ਦੀ ਵਾਰ ਕੇ ਨਾ ਧਨ ਮਾਇਆ ਤੇ ਰਾਜੇ ਰਾਮ ਸਿੰਘ ਨੇ ਉਹਨਾਂ ਲੋੜਵੰਦ ਗਰੀਬਾਂ ਨੂੰ ਦਾਨ ਕੀਤੀ ਹੈ। ਪੁਨ ਨਿਜ ਚਾਕਰ ਕੇ ਕਰ ਦੀਨ, ਤੇ ਫਿਰ ਜਿਹੜਾ ਨੌਕਰ ਕੋਲ ਖਲੋਤਾ ਸੀ, ਵਜ਼ੀਰ ਜਾਂ ਕੋਈ ਸਿਪਾਹੀ, ਉਹਦੇ ਹੱਥਾਂ ਵਿੱਚ ਰਾਜੇ ਨੇ ਉਹ ਮਾਇਆ ਫੜਾ ਦਿੱਤੀ ਹੈ। ਕਹਿਓ ਖਰਾਇਤ ਕਰ ਗਣ ਦੀਨ, ਤੇ ਉਸ ਵੇਲੇ ਆਖਿਆ ਆਪਣੇ ਨੌਕਰ ਨੂੰ, ਕਹਿਣ ਲੱਗਾ ਵੀ ਆਹ ਜਿਹੜੀ ਮਾਇਆ ਹੈ ਨਾ ਭਾਈ, ਇਹਨਾਂ ਸਾਰਿਆਂ ਨੂੰ ਖਰਾਤ ਦੇ ਰੂਪ ਦੇ ਵਿੱਚ, ਦਾਨ ਦੇ ਰੂਪ ਦੇ ਵਿੱਚ ਇਹਨਾਂ ਨੂੰ ਦੇਣਾ ਕਰੋ। ਇੱਕ ਥਲ ਖਰੇ ਕਰੇ ਸਭ ਮੰਗਤ, ਤੇ ਉਸ ਵੇਲੇ ਸਾਰੇ ਜਿੰਨੇ ਮੰਗਤੇ ਸਨ ਇੱਕ ਥਾਂ ਦੇ ਉੱਪਰ ਸਾਰੇ ਖੜੇ ਕਰ ਦਿੱਤੇ ਹਨ। ਦਇਓ ਦਰਬ ਕੋ ਥਿਰ ਕਰ ਪੰਗਤ, ਤੇ ਪੰਗਤ ਲਾ ਲਈ, ਜਿਵੇਂ ਆਪਾਂ ਪ੍ਰਸ਼ਾਦਾ ਛਕਦੇ ਹਨ, ਕਿਉਂਕਿ ਜੇ ਇੱਕ ਨੂੰ ਮਾਇਆ ਦੇਵਾਂਗੇ ਉਹ ਭੱਜ ਕੇ ਛਾਲ ਮਾਰ ਕੇ ਫਿਰ ਅਗਲੇ ਬੰਨੇ ਹੋ ਜਾਵੇਗਾ, ਫਿਰ ਤੀਜੇ ਪਾਸੇ, ਚੌਥੇ ਪਾਸੇ। ਇਸ ਕਰਕੇ ਸਾਰਿਆਂ ਨੂੰ ਬਿਠਾ ਲਿਆ ਪੰਗਤ ਵਿੱਚ ਵੀ ਕੋਈ ਉੱਠ ਨਾ ਪਾਵੇ। ਸਾਰੇ ਜਾਣੇ ਭਾਈ ਲਾਈਨ ਲਾ ਕੇ ਬੈਠ ਜਾਓ, ਬੈਠ ਗਏ। ਸਾਰਿਆਂ ਦੇ ਹੱਥ ਵਿੱਚ ਬਣਦਾ ਧਨ ਦਿੱਤਾ ਹੈ। ਢਾਡੀ ਡੁੰਮ ਕਲਾਵਤ ਆਏ, ਉਸ ਵੇਲੇ ਢਾਡੀ ਆ ਗਏ, ਮਰਾਸੀ ਆ ਗਏ, ਜਸ ਗਾਉਣ ਵਾਲੇ, ਵਡਿਆਈ ਕਰਨ ਵਾਲੇ, ਉਹ ਵੀ ਆ ਗਿਆ ਮਹਾਰਾਜ ਦਾ ਆਉਣਾ ਵੇਖ ਕੇ। ਪਾਟ ਯਾਦ ਸਗਰੇ ਤਨ ਪਾਏ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲੋਂ ਔਰ ਰਾਜੇ ਦੇ ਕੋਲੋਂ ਸਾਰਿਆਂ ਨੇ ਧਨ ਪ੍ਰਾਪਤ ਕੀਤਾ ਹੈ। ਜੈ ਜੈਕਾਰ ਸ ਜਸ ਕੋ ਕਰੈ, ਸਾਰੇ ਜਿਹੜੇ ਨੇ ਜੈ ਜੈਕਾਰ ਜਸ ਮਹਾਰਾਜ ਜੀਆਂ ਦਾ ਕਰਦੇ ਹਨ। ਦੇਖ ਗੁਰਨ ਕੋ ਆਨੰਦ ਧਰੈ, ਤੇ ਸਤਿਗੁਰਾਂ ਦਾ ਸਰੂਪ ਤੱਕ ਕੇ ਬੜਾ ਆਨੰਦ ਦੇ ਸਮੇਤ ਹੁੰਦੇ ਹਨ। ਚਾਰ ਘੜੀ ਲਗ ਥਿਰ ਪੇ ਸਾਰੇ, ਇਸ ਤਰ੍ਹਾਂ 4 ਘੜੀਆਂ, 24 ਮਿੰਟ ਦੀ ਇੱਕ ਘੜੀ ਹੈ ਤੇ 4 ਘੜੀਆਂ ਦਾ ਸਮਾਂ ਆਪਾਂ ਕਹਿ ਸਕਦੇ ਹਾਂ 1.5 ਘੰਟੇ ਦਾ ਸਮਾਂ ਜਿਹੜਾ ਹੈ ਨਾ, ਮਹਾਰਾਜ ਦਾ ਦੀਵਾਨ ਸਜਿਆ ਰਿਹਾ ਤੇ ਸੰਗਤ ਪਾਤਸ਼ਾਹ ਦੇ ਕੋਲ ਬੈਠੀ ਰਹੀ ਹੈ। 14 ਦਿਸ਼ ਰਹੇ ਗੁਰੂ ਪਰਵਾਰੇ, ਤੇ 4 ਚਫੇਰੇ, ਜਿਸ ਤਰ੍ਹਾਂ ਪਰਿਵਾਰ ਦੇ ਮੈਂਬਰ ਬੈਠ ਜਾਂਦੇ ਨਾ ਇੱਕ ਦੂਜੇ ਦੇ ਕੋਲ ਹੋ ਕੇ, ਇਸ ਤਰ੍ਹਾਂ ਸੰਗਤ ਮਹਾਰਾਜ ਜੀਆਂ ਦੇ ਕੋਲ ਹੋ ਕੇ ਬੈਠੀ ਹੈ। ਹਿਰਦੈ ਆਨੰਦਤ ਹੋਏ ਮੈਂ ਪਾਲਾ, ਤੇ ਸਾਰੇ ਉਸ ਵੇਲੇ ਬੜੇ ਖੁਸ਼ ਨੇ ਤੇ ਰਾਜਾ ਵੀ ਬੜਾ ਖੁਸ਼ ਹੈ। ਕਿਤੇ ਜਿੱਤ ਪ੍ਰਾਪਤ ਹੋਈ ਹੈ, ਦੂਜਾ ਫੌਜ ਦਾ ਨੁਕਸਾਨ ਕੋਈ ਨਹੀਂ ਹੋਇਆ, ਤੀਜਾ ਖਰਚਾ ਕੋਈ ਨਹੀਂ ਹੋਇਆ, ਤੇ ਚੌਥਾ ਜਾਨ ਬਚ ਗਈ ਹੈ। ਇਹ ਸਾਰੀਆਂ ਖੁਸ਼ੀਆਂ ਰਾਜੇ ਨੂੰ ਬਹੁਤੀਆਂ ਮਨ ਦੇ ਵਿੱਚ ਹਨ। ਕਰ ਬੰਧਨ ਗਮਨਿਓ ਤਿਸ ਕਾਲਾ, ਉਸ ਵੇਲੇ ਫਿਰ ਹੱਥ ਜੋੜੇ, ਮਹਾਰਾਜ ਹੁਣ ਮੈਨੂੰ ਆਗਿਆ ਦਿਓ, ਮੈਂ ਆਪਣੀ ਫੌਜ ਦੇ ਵਿੱਚ ਚੱਲ ਕੇ ਵਿਸ਼ਰਾਮ ਕਰਦਾ ਤੇ ਫਿਰ ਉੱਥੋਂ ਮੈਂ ਆਪਣੇ ਘਰ ਨੂੰ ਜਾਣਾ। ਇਸ ਤਰ੍ਹਾਂ ਮਹਾਰਾਜ ਦੇ ਕੋਲੋਂ ਛੁੱਟੀ ਲੈ ਕੇ ਰਾਜਾ ਰਾਮ ਸਿੰਘ ਮੱਥਾ ਟੇਕ ਕੇ ਉਸ ਵੇਲੇ ਆਪਣੇ ਸਿਵਰ ਨੂੰ, ਆਪਣੇ ਟਿਕਾਣੇ ਨੂੰ ਚੱਲਿਆ ਹੈ। ਉਚਰਤ ਮਗ ਤਾਰੀਫ ਬਸਾਲਾ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਜਿਹੜੀ ਤਾਰੀਫ ਹੈ ਨਾ, ਵਡਿਆਈ ਰਸਤੇ ਵਿੱਚ ਕਰਦਾ ਹੋਇਆ ਆਪਣੇ ਬੰਦਿਆਂ ਨਾਲ, ਵਜ਼ੀਰਾਂ ਦੇ ਨਾਲ, ਇਸ ਤਰ੍ਹਾਂ ਰਾਜਾ ਕਹਿੰਦਾ ਹੋਇਆ ਤੁਰਿਆ ਜਾਂਦਾ ਹੈ। ਆਪਣੇ ਸੰਗ ਜੇ ਮਾਨਵ ਜਾਲਾ, ਜਿੰਨੇ ਨਾਲ ਮਨੁੱਖ ਸਨ, ਵਜ਼ੀਰ, ਫੌਜ ਦੇ ਵੱਡੇ ਵੱਡੇ ਅਫਸਰ ਜਿਹੜੇ ਨਾਲ ਸਨ, ਮੰਤਰੀ ਜਿਹੜੇ ਸਨ, ਉਹਨਾਂ ਦੇ ਨਾਲ ਰਾਜਾ ਸਤਿਗੁਰਾਂ ਦੀ ਵਡਿਆਈ ਕਰਦਾ ਜਾਂਦਾ ਹੈ। ਧੰਨ ਗੁਰੂ ਅਰ ਗੁਰ ਕੋ ਨੰਦ, ਕਹਿਣ ਲੱਗਾ ਵੀ ਧੰਨ ਨੇ ਗੁਰੂ ਪਾਤਸ਼ਾਹ ਔਰ ਧੰਨ ਹਨ ਇਹਨਾਂ ਦੇ ਪੁੱਤਰ ਧੰਨ ਗੋਬਿੰਦ ਰਾਏ ਸਾਹਿਬ ਜੀ। ਮੈਂ ਦਰਸ਼ਨ ਕਰ ਭਇਓ ਆਨੰਦ, ਮੈਂ ਇਹਨਾਂ ਦੇ ਦਰਸ਼ਨ ਕਰਕੇ ਬੜਾ ਆਨੰਦ ਦੇ ਸਮੇਤ ਹੋਇਆ ਹਾਂ। ਜਿਨ ਕੀ ਕਰੁਣਾ ਤੇ ਸਰ ਕਰਿਓ, ਇਹ ਗੁਰੂ ਦੀ ਕਿਰਪਾ ਹੋਈ ਹੈ ਤੇ ਮੈਂ ਤਾਂ ਜਿੱਤ ਪ੍ਰਾਪਤ ਕੀਤੀ ਹੈ। ਪਿੱਛੇ ਆਪਾਂ ਇਤਿਹਾਸ ਸਰਵਣ ਕੀਤਾ ਸੀ, ਮਾਨ ਸਿੰਘ ਨਾਮ ਦਾ ਇੱਕ ਰਾਜਾ ਸੀ, ਬਹੁਤ ਵੱਡਾ ਸੂਰਮਾ, ਜਿੱਧਰ ਨੂੰ ਫੌਜ ਲੈ ਕੇ ਜਾਂਦਾ ਉਧਰੋਂ ਜਿੱਤ ਕੇ ਹੀ ਵਾਪਸ ਆਉਂਦਾ। ਉਸ ਵੇਲੇ ਸਮੇਂ ਦੇ ਬਾਦਸ਼ਾਹ ਨੇ, ਸੋ ਜਹਾਂਗੀਰ ਨੇ ਕਹਿੰਦੇ ਇਸ ਮਾਨ ਸਿੰਘ ਰਾਜੇ ਨੂੰ ਭੇਜਿਆ ਸੀ ਵੀ ਜਾਓ ਜਾ ਕੇ ਕਾਮਰੂ ਦੇਸ਼ ਜਿੱਤ ਕੇ ਲੈ ਕੇ ਆਓ। ਰਾਜੇ ਦੇ ਮਨ ਵਿੱਚ ਇਹ ਸੀ ਵੀ ਇਹ ਬੜਾ ਵੱਡਾ ਸੂਰਮਾ ਹੈ, ਕੱਲ ਨੂੰ ਜੇ ਮੈਂ ਮਰ ਗਿਆ ਤੇ ਹੋ ਸਕਦਾ ਮੇਰੇ ਪੁੱਤਰਾਂ ਨੂੰ ਰਾਜ ਨਾ ਕਰਨ ਦੇਵੇ, ਰੁਕਾਵਟ ਨਾ ਕੋਈ ਪਾਵੇ, ਇਹਨੂੰ ਮੈਂ ਉਸ ਪਾਸੇ ਨੂੰ ਭੇਜਦਾ। ਜੇ ਤੇ ਇਹ ਮਰ ਗਿਆ
ਤਾਂ ਵੀ ਮੇਰਾ ਫਾਇਦਾ ਹੈ, ਜੇ ਜਿੱਤ ਕੇ ਆ ਗਿਆ ਤੇ ਤਾਂ ਵੀ ਫਾਇਦਾ, ਮੈਨੂੰ ਇੱਕ ਰਾਜ ਹੋਰ ਮਿਲ ਜਾਏਗਾ। ਇਸ ਤਰ੍ਹਾਂ ਵੱਡੀ ਫੌਜ ਦੇ ਕੇ ਮਾਨ ਸਿੰਘ ਰਾਜੇ ਨੂੰ ਤੋਰਿਆ ਸੀ। ਤੇ ਜਦੋਂ ਰਾਜਾ ਜਾ ਕੇ ਦੁਸ਼ਮਣ ਰਾਜੇ ਦੀ ਸਰਹੱਦ ਤੇ ਬੈਠਾ ਤੇ ਉਹਨਾਂ ਨੇ ਕੀ ਕੀਤਾ ਵੀ ਮੰਤਰ ਪੜ੍ਹ ਕੇ ਨਾ, ਮੰਤਰਾਂ ਨੂੰ ਸਿੱਧ ਕਰਕੇ ਤੇ ਪੁਤਲੀਆਂ ਬਣਾ ਕੇ, ਇਸਤਰੀਆਂ ਜਿਹੜੀਆਂ ਸਨ ਉਹਨਾਂ ਦੀਆਂ ਪੁਤਲੀਆਂ ਬਣਾ ਕੇ ਬੇੜੀ ਵਿੱਚ ਬਿਠਾ ਦਿੱਤੀਆਂ। ਤੇ ਇੱਕ ਇਸਤਰੀ ਦੇ ਹੱਥਾਂ ਵਿੱਚ ਬੜਾ ਸੋਹਣਾ ਫੁੱਲ ਜਿਹੜਾ ਸੀ ਮੰਤਰ ਕੇ ਤੇ ਉਹਦੇ ਹੱਥ ਵਿੱਚ ਫੜਾ ਦਿੱਤਾ ਤੇ ਬੇੜੀ ਜਿਹੜੀ ਸੀ ਪਾਣੀ ਦੇ ਵਿੱਚ ਤੋਰ ਦਿੱਤੀ। ਉਹ ਬੇੜੀ ਜਦੋਂ ਤੁਰਦੀ ਤੁਰਦੀ ਮਾਨ ਸਿੰਘ ਰਾਜੇ ਦੇ ਕੋਲ ਆਈ ਤੇ ਨੇੜੇ ਆਈ ਤੇ ਵੇਖਦਾ ਵੀ ਇਹ ਤੇ ਪੁਤਲੀਆਂ ਨੇ ਬੇੜੀ ਵਿੱਚ ਬੈਠੀਆਂ ਹੋਈਆਂ। ਜਦੋਂ ਨੇੜੇ ਹੋ ਕੇ ਵੇਖਿਆ, ਇੱਕ ਪੁਤਲੀ ਨੇ ਹੱਥਾਂ ਵਿੱਚ ਬੜਾ ਸੋਹਣਾ ਫੁੱਲ ਫੜਿਆ ਹੋਇਆ ਤੇ ਰਾਜੇ ਨੇ ਥੋੜਾ ਥੱਲੇ ਜਾ ਕੇ ਤੇ ਉਹ ਫੁੱਲ ਜਿਹੜਾ ਸੀ ਪੁਤਲੀ ਦੇ ਹੱਥੋਂ ਫੜ ਲਿਆ ਤੇ ਫੜ ਕੇ ਜਦੋਂ ਸੁੰਘਿਆ ਤੇ ਕਹਿਣ ਲੱਗੇ ਮੰਤਰਾਂ ਦੇ ਨਾਲ ਸਿੱਧ ਕੀਤਾ ਹੋਇਆ ਉਹ ਫੁੱਲ ਜਿਹੜਾ ਸੀ, ਐਸੀ ਸੁਗੰਧੀ ਬਾਦਸ਼ਾਹ ਦੇ ਨੱਕ ਦੇ ਰਾਹੀਂ ਦਿਮਾਗ ਨੂੰ ਚੜ੍ਹੀ ਕਿ ਉਹਦਾ ਦਿਮਾਗ ਪਾਗਲ ਹੋ ਗਿਆ, ਉਹਦਾ ਦਿਮਾਗ ਹਿੱਲ ਗਿਆ, ਪਾਗਲ ਹੋ ਗਿਆ। ਤੇ ਕਹਿਣ ਲੱਗੇ ਫਿਰ ਉਸ ਵੇਲੇ ਆਪਣੇ ਗਲ ਦੇ ਕੱਪੜੇ ਪਾੜ ਦਿੱਤੇ, ਸ਼ੁਦਾਈ ਬਣ ਕੇ ਇੱਥੇ ਕੁਝ ਸਮਾਂ ਘੁੰਮਦਾ ਰਿਹਾ ਤੇ ਫਿਰ ਉੱਥੇ ਹੀ ਮਰ ਗਿਆ। ਏਡਾ ਵੱਡਾ ਰਾਜਾ ਜਿਹਨੇ ਕਈ ਜੰਗਾਂ ਜਿੱਤੀਆਂ ਸਨ, ਬੜਾ ਆਪਣੇ ਆਪ ਨੂੰ ਸੂਰਮਾ ਕਹਿੰਦਾ, ਇਸ ਦੇਸ਼ ਦੇ ਲੋਕਾਂ ਨੇ ਮੰਤਰਾਂ ਦੇ ਬਲ ਕਰਕੇ ਉਹਨੂੰ ਕਮਲਾ ਕਰਕੇ ਮਾਰ ਦਿੱਤਾ। ਹੁਣ ਡਰ ਪੈ ਗਿਆ, ਕੋਈ ਰਾਜਾ ਉਧਰ ਨੂੰ ਮੂੰਹ ਨਹੀਂ ਕਰਦਾ ਜੰਗ ਨੂੰ ਜਿੱਤਣ ਵਾਸਤੇ। ਇਸੇ ਰਾਜੇ ਦਾ ਪੋਤਰਾ ਹੈ ਰਾਮ ਸਿੰਘ ਰਾਜਾ, ਜਿਹਦਾ ਆਪਾਂ ਇਤਿਹਾਸ ਸਰਵਣ ਕਰਦੇ ਪਏ। ਸਮਾਂ ਲੰਘਿਆ, ਫਿਰ ਉਹਦੇ ਪੋਤਰੇ ਨੂੰ ਆਖਿਆ ਵੀ ਜਾ ਤੂੰ ਆਪਣੇ ਦਾਦੇ ਦਾ ਜਾ ਕੇ ਬਦਲਾ ਲੈ, ਨਾਲੇ ਦੇਸ਼ ਨੂੰ ਜਿੱਤ ਕੇ ਆ। ਹੁਣ ਉਹ ਔਰੰਗਜ਼ੇਬ ਨੇ ਭੇਜਿਆ ਹੈ। ਤੇ ਜਦੋਂ ਚੱਲਣ ਲੱਗਾ ਰਾਮ ਸਿੰਘ, ਉਸ ਵੇਲੇ ਦੀ ਮਾਂ ਨੇ ਰੋਕ ਦਿੱਤਾ, ਕਹਿਣ ਲੱਗੀ ਪੁੱਤਰ ਤੇਰਾ ਦਾਦਾ ਵੀ ਉੱਥੇ ਮਰਿਆ, ਉਹ ਦੇਸ਼ ਨੂੰ ਜਿੱਤਿਆ ਨਹੀਂ ਜਾਣਾ, ਉਹਨਾਂ ਕੋਲ ਮੰਤਰ ਬੜੇ ਬੜੇ ਵੱਡੇ ਨੇ, ਉਹਨਾਂ ਨੇ ਸਿੱਧ ਕੀਤੇ ਹੋਏ। ਤੇ ਰਾਜਾ ਕਹਿਣ ਲੱਗਾ ਮਾਤਾ ਮੈਂ ਤੇ ਹੁਣ ਹਾਂ ਕਰ ਆਇਆ, ਹੁਣ ਮੈਂ ਕੀ ਕਰਾਂ। ਉਸ ਵੇਲੇ ਰਾਜੇ ਦਾ ਪਰਿਵਾਰ ਰਾਜੇ ਨੂੰ ਲੈ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਆਇਆ। ਮਹਾਰਾਜ ਪਟਨਾ ਸਾਹਿਬ ਉਸ ਵੇਲੇ ਬੈਠੇ ਸਨ। ਆ ਕੇ ਬੇਨਤੀ ਕੀਤੀ, ਮਹਾਰਾਜ ਉਹਨਾਂ ਲੋਕਾਂ ਨੇ ਮੇਰੇ ਦਾਦੇ ਨੂੰ ਮਾਰ ਦਿੱਤਾ ਮੰਤਰ ਪੜ੍ਹ ਕੇ, ਹੁਣ ਮੈਂ ਚੱਲਿਆ ਤੇ ਮਾਰ ਤੇ ਉਹਨਾਂ ਮੈਨੂੰ ਵੀ ਦੇਣਾ, ਆਪ ਜੀ ਕਿਰਪਾ ਕਰਕੇ ਮੇਰੀ ਮਦਦ ਕਰੋ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬੇਨਤੀ ਸੁਣ ਕੇ ਰਾਜੇ ਦੀ ਔਰ ਪਰਿਵਾਰ ਦੀ, ਮਹਾਰਾਜ ਕਹਿਣ ਲੱਗੇ ਅਸੀਂ ਨਾਲ ਚੱਲਾਂਗੇ। ਸਤਿਗੁਰੂ ਪਾਤਸ਼ਾਹ ਆਪ ਨਾਲ ਗਏ। ਜਦੋਂ ਉਸ ਰਾਜੇ ਦੀ ਸਰਹੱਦ ਤੇ ਜਾ ਕੇ ਬੈਠੇ, ਉਹਨੇ ਬੜੇ ਬੜੇ ਮੰਤਰ ਪੜ੍ਹੇ, ਬੜੇ ਬੜੇ ਮੰਤਰ ਪੜ੍ਹਨ ਵਾਲੇ ਵੀ ਭੇਜੇ, ਬੜੇ ਬੜੇ ਭੂਤ ਪ੍ਰੇਤਾਂ ਦੇ ਵਾਰ ਭੂਤਨੀਆਂ ਪ੍ਰੇਤ ਵੀ ਉਹਨੇ ਭੇਜੇ। ਪਰ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਬੈਠ ਜਾਣ, ਜਿੱਥੇ ਉਹਨਾਂ ਦਾ ਨਾਮ ਹੋਵੇ, ਉੱਥੇ ਇਹਨਾਂ ਚੀਜ਼ਾਂ ਦਾ ਕੀ ਜ਼ੋਰ ਚੱਲ ਸਕਦਾ ਹੈ। ਮਹਾਰਾਜ ਨੇ ਬਚਨ ਲਿਖਿਆ ਤੇ ਗੁਰੂ ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੈ ਧਾਏ ਸਭ ਥਾਈ। ਐਸੇ ਸਤਿਗੁਰੂ ਨੇ ਜਿਹੜੇ ਸਹਾਇਤਾ ਕਰਦੇ, ਉਹਨਾਂ ਦਾ ਵਾਲ ਕੌਣ ਵਿੰਗਾ ਕਰ ਸਕਦਾ। ਜਦੋਂ ਰਾਜੇ ਦਾ ਕੋਈ ਮੰਤਰ ਨਹੀਂ ਚੱਲਿਆ, ਕਿਸੇ ਭੂਤ ਪ੍ਰੇਤ ਨੇ ਕੋਈ ਆਪਣਾ ਜ਼ੋਰ ਨਹੀਂ ਵਿਖਾ ਸਕੇ, ਤੇ ਰਾਜੇ ਨੂੰ ਪਤਾ ਲੱਗ ਗਿਆ ਵੀ ਹੁਣ ਮੇਰੀ ਫਤਿਹ ਨਹੀਂ ਹੋਣੀ, ਮੇਰੀ ਫੌਜ ਤਕੜੀ ਨਹੀਂ ਹੈ, ਦੁਸ਼ਮਣ ਦੀ ਫੌਜ ਵੱਡੀ ਹੈ, ਮੈਨੂੰ ਤੇ ਮੰਤਰਾਂ ਤੇ ਭਰੋਸਾ ਸੀ ਉਹ ਮੇਰੇ ਚੱਲਦੇ ਨਹੀਂ ਪਏ। ਉਹ ਰਾਜਾ ਫਿਰ ਆਪ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਮੱਥਾ ਟੇਕਦਾ। ਤੇ ਸਤਿਗੁਰਾਂ ਨੇ ਆਖਿਆ ਭਾਈ ਆਪਸ ਵਿੱਚ ਲੜੋ ਨਾ, ਫੌਜ ਦਾ ਨੁਕਸਾਨ, ਬੰਦੇ ਮਰ ਜਾਣਗੇ, ਖਰਚਾ ਬਹੁਤਾ ਹੈ। ਆਪਸ ਵਿੱਚ ਉਹਨਾਂ ਦੀਆਂ ਪੱਗਾਂ ਵਟਾ ਕੇ ਤੇ ਭਰਾ ਬਣਾ ਦਿੱਤਾ। ਇਸ ਤਰ੍ਹਾਂ ਮਹਾਰਾਜ ਨੇ ਉਹ ਦੇਸ਼ ਜਿਤਾਇਆ। ਇਹ ਰਾਜਾ ਉਹ ਗੱਲਾਂ ਕਰਦਾ ਪਿਆ ਆਪਣੇ ਵਜ਼ੀਰਾਂ ਦੇ ਨਾਲ, ਕਹਿਣ ਲੱਗਾ ਵੀ ਜਿਸ ਰਾਜ ਨੂੰ ਮੇਰਾ ਦਾਦਾ ਨਹੀਂ ਸੀ ਜਿੱਤ ਸਕਿਆ ਤੇ ਕਮਲਾ ਹੋ ਕੇ ਮਰ ਗਿਆ, ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੈਂ ਅੱਜ ਉਹ ਦੇਸ਼ ਜਿੱਤ ਕੇ ਆਇਆ ਹਾਂ। ਇਹ ਮੇਰੇ ਤੇ ਗੁਰੂ ਦੀ ਕਿਰਪਾ ਹੋਈ ਹੈ। ਇਸ ਤਰ੍ਹਾਂ ਮਹਾਰਾਜ ਦੀ ਵਡਿਆਈ ਕਰਦਿਆਂ ਰਾਜਾ ਆਪਣੇ ਘਰ ਨੂੰ ਜਾਂਦਾ ਹੈ। ਦੇਸ਼ ਕਾਮਰੂ ਜੋਬੋ ਅਰਿਓ। ਇਹ ਕਾਮਰੂ ਦੇਸ਼, ਜਿਸ ਨੂੰ ਬੰਗਲਾਦੇਸ਼ ਅੱਜ ਆਪਾਂ ਆਖਦੇ ਹਾਂ, ਇੱਥੇ ਬਹੁਤ ਜ਼ਿਆਦਾ ਲੋਕ ਜਾਦੂ ਟੂਣੇ ਕਰਨ ਵਾਲੇ, ਕਾਲਾ ਇਲਮ ਪੜ੍ਹਨ ਵਾਲੇ, ਮੰਤਰ ਪੜ੍ਹਨ ਵਾਲੇ, ਮੰਤਰਾਂ ਨੂੰ ਸਿੱਧ ਕਰਨ ਵਾਲੇ ਲੋਕ ਇੱਥੇ ਰਹਿੰਦੇ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਨੇ ਵੀ ਇਸ ਧਰਤੀ ਦੇ ਉੱਪਰ ਚਰਨ ਪਾਏ ਨੇ। ਇੱਥੇ ਭਾਈ ਮਰਦਾਨਾ ਜੀ ਨੂੰ ਇਹਨਾਂ ਨੇ ਭੇਡੂ ਬਣਾ ਕੇ, ਮੈਂਡਾ ਬਣਾ ਕੇ ਇਹਨਾਂ ਨੇ ਆਪਣੇ ਨਾਲ ਰੱਖ ਲਿਆ ਸੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਹਨੂੰ ਮੁਕਤ ਕਰਾਇਆ ਸੀ। ਅੱਜ ਉਸੇ ਧਰਤੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਗਏ ਨੇ। ਅੱਜ ਵੀ ਆਪ ਸੰਗਤਾਂ ਢਾਕੇ ਸ਼ਹਿਰ ਦੇ ਅੰਦਰ ਸਤਿਗੁਰਾਂ ਦੀ ਯਾਦ ਵਿੱਚ ਗੁਰੂ ਘਰ ਜਿਹੜੇ ਬਣੇ ਹੋਏ ਉਹਨਾਂ ਦੇ ਦਰਸ਼ਨ ਕਰ ਸਕਦੇ ਹੋ। ਇਹ ਇਤਿਹਾਸਕ ਸਥਾਨ ਨੇ ਜਿੱਥੇ ਮਹਾਰਾਜ ਪਹੁੰਚੇ ਤੇ ਚਰਨ ਪਾਏ। ਸੋ ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਹੜੇ ਕਿਰਪਾ ਕਰਨ ਵਾਲੇ। ਤੇ ਰਾਜਾ ਕਹਿ ਰਿਹਾ ਵੀ ਐਸੇ ਦੇਸ਼ ਨੂੰ ਮੈਂ ਜਿੱਤਿਆ ਗੁਰੂ ਦੀ ਕਿਰਪਾ ਦੇ ਨਾਲ, ਜਿਹਨੂੰ ਕੋਈ ਜਿੱਤ ਨਹੀਂ ਸਕਿਆ ਹੈ। ਜੀਵਦਾਨ ਮੋਕੋ ਗੁਰ ਦੀਨਾ। ਤੇ ਸਤਿਗੁਰਾਂ ਨੇ ਮੈਨੂੰ ਜੀਵਨ ਦਾਨ ਦਿੱਤਾ ਹੈ, ਨਹੀਂ ਤੇ ਮੇਰੀ ਤੇ ਮੌਤ ਪੱਕੀ ਸੀ। ਜਿੱਥੇ ਮੇਰਾ ਐਡਾ ਵੱਡਾ ਸੂਰਮਾ ਦਾਦਾ ਉਹਨਾਂ ਨੇ ਮਾਰ ਦਿੱਤਾ, ਮੈਂ ਕਿਹਦਾ ਪਾਣੀ ਹਾਰ, ਮੈਨੂੰ ਵੀ ਉਹਨਾਂ ਨੇ ਮਾਰ ਦੇਣਾ ਸੀ।
ਪਰ ਸਤਿਗੁਰਾਂ ਨੇ ਮੈਨੂੰ ਜ਼ਿੰਦਗੀ ਦਾ ਦਾਨ ਦਿੱਤਾ ਹੈ। ਨਤ ਕਿਸਨੇ ਮਮ ਜੀਵਨ ਚੀਨਾ। ਨਹੀਂ ਤੇ ਕਿੰਨੇ ਵੇਖਿਆ ਸੀ ਵੀ ਮੈਂ ਜਿਉਂਦਾ ਰਵਾਂਗਾ। ਪਰਿਵਾਰ ਦੇ ਮੈਂਬਰਾਂ ਨੇ ਘਰੋਂ ਚੱਲਣ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਤੂੰ ਜਿਉਂਦਾ ਨਹੀਂ ਉੱਥੋਂ ਮੁੜ ਕੇ ਆਉਂਦਾ, ਤੈਨੂੰ ਉੱਥੇ ਉਹਨਾਂ ਨੇ ਮਾਰ ਦੇਣਾ। ਕਹਿੰਦਾ ਮੇਰੇ ਆਪਣੇ ਪਰਿਵਾਰ ਦੇ ਮੈਂਬਰ ਮੈਨੂੰ ਕਹਿੰਦੇ ਸਨ ਵੀ ਤੂੰ ਮਰਨ ਵਾਸਤੇ ਚੱਲਿਆ ਉੱਥੇ। ਕਿਸੇ ਨੇ ਵੀ ਨਹੀਂ ਸੀ ਸੋਚਿਆ ਵੀ ਮੈਂ ਜਿਉਂਦਾ ਆਵਾਂਗਾ, ਪਰ ਜੇ ਜਿਉਂਦਾ ਆ ਗਿਆ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕਿਰਪਾ ਹੈ। ਮਿਲੋ ਸ਼ਾਹ ਸੋ ਮਾਨ ਸਮੇਤ। ਹੁਣ ਮੈਂ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਾਂਗਾ ਤੇ ਉਹਦੇ ਕੋਲੋਂ ਮਾਣ ਜਿਹੜਾ ਹੈ ਨਾ ਇੱਜ਼ਤ ਪ੍ਰਾਪਤ ਕਰਾਂਗਾ। ਲੈ ਆ ਇਸ ਕੋ ਚਲੋ ਨਕੇਤ। ਤੇ ਫਿਰ ਉਹਦੀ ਆਗਿਆ ਲੈ ਕੇ ਮੈਂ ਆਪਣੇ ਘਰ ਨੂੰ ਚੱਲਾਂਗਾ। ਹੈ ਇਮਈ ਸਭ ਮੰਤਰੀ ਕਹੈ। ਮੰਤਰੀਆਂ ਨੇ ਸੁਣੀ ਨਾ ਰਾਜੇ ਦੀ ਗੱਲ, ਕਹਿਣ ਲੱਗੇ ਬਿਲਕੁਲ ਰਾਜਨ ਤੁਸੀਂ ਬਹੁਤ ਠੀਕ ਕਹਿੰਦੇ ਹੋ, ਹੋਇਆ ਇਸੇ ਤਰ੍ਹਾਂ ਹੀ ਹੈ। ਆਪਾਂ ਨਹੀਂ ਸੀ ਜੰਗ ਜਿੱਤ ਸਕਦੇ, ਜਿਵੇਂ ਉਹਨਾਂ ਦੀਆਂ ਭੂਤਨੀਆਂ ਜਾਂ ਮੰਤਰ ਪੜ੍ਹਨ ਵਾਲੀਆਂ ਜਨਾਨੀਆਂ ਜਿਵੇਂ ਰੁੱਖ ਉਡਾ ਕੇ ਸਾਡੇ ਤੇ ਲੈ ਕੇ ਆਉਂਦੀਆਂ, ਜਿਵੇਂ ਕੰਧਾਂ ਉਹਨਾਂ ਨੇ ਆਕਾਸ਼ ਵਿੱਚ ਘੁਮਾ ਦਿੱਤੀਆਂ ਸਨ ਮੰਤਰਾਂ ਦੇ ਬਲ ਦੇ ਨਾਲ, ਉੱਥੇ ਵੇਖ ਕੇ ਲੱਗਦਾ ਸੀ ਵੀ ਆਪਾਂ ਜਿੱਤ ਨਹੀਂ ਸਕਦੇ। ਇਹ ਆਪਾਂ ਜਿੱਤੇ ਹੀ ਗੁਰੂ ਦੀ ਕਿਰਪਾ ਦੇ ਨਾਲ ਆ, ਨਹੀਂ ਤੇ ਜਿੱਤਣਾ ਬਹੁਤ ਔਖਾ ਹੈ। ਤੁਮਰੇ ਭਾਗ ਵੱਡੇ ਹਮਲ ਹੈ। ਅਸੀਂ ਜਾਣਦੇ ਹਾਂ ਵੀ ਤੇਰੇ ਵੱਡੇ ਭਾਗ ਹਨ। ਜਿਸ ਤੇ ਇਸ ਦੇਸ਼ ਕੋ ਗੁਰ ਆਏ। ਤਾਂ ਗੁਰੂ ਪਾਤਸ਼ਾਹ ਪਹਿਲਾਂ ਹੀ ਇੱਧਰ ਨੂੰ ਆਏ, ਪਟਨੇ। ਤੇਰੇ ਆਉਣ ਤੋਂ ਪਹਿਲਾਂ ਹੀ ਮਹਾਰਾਜ ਪਟਨੇ ਆ ਗਏ ਤੇ ਪਟਨੇ ਤੋਂ ਆਪਣੇ ਨਾਲ ਇੱਧਰ ਢਾਕੇ ਨੂੰ ਆ ਗਏ। ਇਹ ਤੇਰੇ ਵੱਡੇ ਭਾਗ ਹਨ। ਕਾਜ ਤੁਹਾਰੇ ਸਭ ਸਫਲਾਏ। ਤੇ ਤੁਹਾਡੇ ਸਾਰੇ ਕਾਜ ਸਫਲੇ ਹੋ ਗਏ ਹਨ। ਇਤਿਆਦਿਕ ਬੋ ਜਸ ਕੋ ਇਸ ਕਰਿਓ। ਤਰ੍ਹਾਂ ਰਾਜਾ ਬੜਾ ਜਸ ਕਰਦਾ ਹੈ। ਬਿਸ਼ਨ ਸਿੰਘ ਡੇਰੇ ਨਿਜ ਤੇ ਥਿਰਿਓ। ਬਿਸ਼ਨ ਸਿੰਘ ਤੋਂ ਭਾਵ ਰਾਜਾ ਰਾਮ ਸਿੰਘ ਆਪਣੇ ਡੇਰੇ ਵਿੱਚ ਫੌਜ ਵਿੱਚ ਆ ਕੇ ਟਿਕਿਆ ਹੈ। ਤਨ ਮਨ ਕੇ ਸਤਿਗੁਰ ਕੋ ਦਾਸ। ਇਹ ਮਨ ਕਰਕੇ ਤੇ ਤਨ ਕਰਕੇ ਗੁਰੂ ਦਾ ਦਾਸ ਹੀ ਬਣ ਗਿਆ। ਜਿਨ੍ਹਾਂ ਨੇ ਜੀਵਨ ਹੀ ਦਾਨ ਦੇ ਦਿੱਤਾ ਤੇ ਫਿਰ ਦਾਸ ਬਣਨਾ ਤੇ ਬਣਦਾ ਹੀ ਹੈ ਨਾ, ਗੁਰੂ ਦਾ ਸੇਵਕ ਬਣ ਗਿਆ ਹੈ। ਜਿਨ ਤੇ ਪੂਰਨ ਪੀਉ ਰਿਆਸ। ਤੇ ਸਤਿਗੁਰਾਂ ਦੇ ਕੋਲੋਂ ਮਨ ਦੀਆਂ ਆਸਾਂ ਜਿਹੜੀਆਂ ਨੇ ਉਹ ਪੂਰੀਆਂ ਹੁੰਦੀਆਂ ਹਨ। ਦੋਹਰਾ ਸ੍ਰੀ ਸਤਿਗੁਰ ਥਿਰ ਸਭਾ ਮੈਂ ਸੰਗਤ ਦਰਸ਼ਨ ਦੀਨ। ਸਤਿਗੁਰੂ ਪਾਤਸ਼ਾਹ ਦੀਵਾਨ ਵਿੱਚ ਬੈਠੇ ਹੋਏ ਤੇ ਸੰਗਤਾਂ ਆ ਕੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਦੀਆਂ ਤੇ ਮਹਾਰਾਜ ਸਾਰਿਆਂ ਨੂੰ ਦਰਸ਼ਨ ਦਿੰਦੇ ਹਨ। ਹਰ ਪੂਪਾ ਇਨ ਸਭ ਮਿਲੇ ਪੂਰ ਕਾਮਨਾ ਕੀਨ। ਸਤਿਗੁਰੂ ਦੇ ਵਾਸਤੇ ਜੋ ਸੰਗਤਾਂ ਨੇ ਆਪੋ ਆਪਣੇ ਘਰ ਵਿੱਚ ਭੇਟਾਵਾਂ ਰੱਖੀਆਂ ਸਨ, ਲਿਆ ਕੇ ਮਹਾਰਾਜ ਨੂੰ ਭੇਟ ਕਰਕੇ ਤੇ ਸਾਰਿਆਂ ਨੇ ਮਹਾਰਾਜ ਦੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਕੀਤਾ ਹੈ। ਚੌਪਈ ਪਨ ਉਠ ਗਮਨੇ ਲੈ ਸੁਤ ਸਾਥ। ਤੇ ਫਿਰ ਮਹਾਰਾਜ ਜੀ ਦੀਵਾਨ ਦੀ ਸਮਾਪਤੀ ਹੋਈ ਹੈ। ਸੰਗਤਾਂ ਨੇ ਮੱਥਾ ਟੇਕਿਆ, ਮਹਾਰਾਜ ਦੀਵਾਨ ਵਿੱਚ ਉੱਠ ਬੈਠੇ, ਆਪਣੇ ਪੁੱਤਰ ਨੂੰ ਨਾਲ ਲੈ ਕੇ ਮਹਾਰਾਜ ਚੱਲੇ ਹਨ। ਜਨਨੀ ਨਿਕਟ ਗਏ ਗੁਰਨਾਥ। ਤੇ ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੀ ਮਾਤਾ ਨਾਨਕੀ ਜੀਆਂ ਦੇ ਕੋਲ ਉਸ ਵੇਲੇ ਗਏ ਨੇ ਨਮਸਕਾਰ ਕਰਨ ਵਾਸਤੇ। ਨਮਰ ਹੋਏ ਕਰ ਸੀਸ ਨਿਵਾਇਓ। ਅੱਗੋਂ ਮਾਤਾ ਜੀ ਨੇ ਵੇਖਿਆ ਸਾਡੇ ਪੁੱਤਰ ਆਉਂਦੇ ਪਏ ਤੇ ਮਾਤਾ ਜੀਆਂ ਨੂੰ ਵੇਖ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣਾ ਸਿਰ ਝੁਕਾ ਕੇ ਪੈਰੀ ਹੱਥ ਲਾ ਕੇ ਨਮਸਕਾਰ ਕੀਤੀ ਹੈ। ਨੰਦਨ ਦ੍ਰਿਗ ਮੈਂ ਜਲ ਛਾਇਓ। ਜਦੋਂ ਮਾਤਾ ਜੀ ਨੇ ਵੇਖਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਚਿਹਰਾ ਤੇ ਪਿਆਰ ਦੇ ਨਾਲ ਮਾਤਾ ਨਾਨਕੀ ਜੀਆਂ ਦੇ ਨੇਤਰ ਜਿਹੜੇ ਸਨ ਵਿਰਾਗ ਦੇ ਜਲ ਦੇ ਨਾਲ ਭਰ ਗਏ ਹਨ। ਅਦਕ ਬ੍ਰਿਧਾ ਸੁਤ ਪ੍ਰੇਮ ਵਿਸਾਲਾ। ਮਾਤਾ ਨਾਨਕੀ ਜੀ ਇਸ ਵੇਲੇ ਕਾਫੀ ਬਜ਼ੁਰਗ ਹੋ ਗਏ ਨੇ, ਬੁੱਢੇ ਹੋ ਗਏ ਨੇ, ਬ੍ਰਿਧ ਹੋ ਗਏ ਨੇ, ਪਰ ਆਪਣੇ ਪੁੱਤਰ ਦੇ ਨਾਲ ਮਾਤਾ ਜੀਆਂ ਦਾ ਬਹੁਤ ਜ਼ਿਆਦਾ ਪ੍ਰੇਮ ਹੈ। ਇਸ ਉਮਰੇ ਵੀ ਆਪਣੇ ਪੁੱਤਰ ਨੂੰ ਡਾਢਾ ਪ੍ਰੇਮ ਕਰਦੇ ਹਨ। ਸਤੇ ਅੰਗਨ ਪਰਸੈ ਕਰਨਾਲਾ। ਤੇ ਉਸ ਵੇਲੇ ਮਾਤਾ ਜੀਆਂ ਨੇ ਆਪਣੇ ਹੱਥਾਂ ਦੇ ਨਾਲ ਆਪਣੇ ਪੁੱਤਰ ਦੇ ਸਰੀਰ ਦੇ ਅੰਗਾਂ ਨੂੰ ਪਰਸਿਆ ਹੈ। ਕਦੇ ਮੋਢੇ ਤੇ ਹੱਥ ਫੇਰਦੇ ਨੇ, ਕਦੇ ਸਿਰ ਤੇ ਹੱਥ ਫੇਰਦੇ ਨੇ, ਕਦੇ ਬਾਹ ਫੜ ਲੈਂਦੇ ਨੇ। ਇਸ ਤਰ੍ਹਾਂ ਆਪਣੇ ਪੁੱਤਰ ਨੂੰ ਆਪਣੇ ਗਲ ਦੇ ਨਾਲ ਮਾਤਾ ਸਾਹਿਬ ਮਾਤਾ ਨਾਨਕੀ ਜੀਆਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਨੂੰ ਉਸ ਵੇਲੇ ਆਪਣੇ ਹੱਥਾਂ ਦੇ ਨਾਲ ਛੂਹ ਕੇ ਆਪਣੇ ਪੁੱਤਰ ਨੂੰ ਆਪਣੇ ਗਲ ਦੇ ਨਾਲ ਲਾਇਆ ਹੈ। ਅਸ਼ਖ ਦੇਤ ਪੁੱਤ ਤੁਮਰ ਜੀਵੋ। ਤੇ ਉਸ ਵੇਲੇ ਮਾਤਾ ਜੀਆਂ ਨੇ ਅਸੀਸ ਦਿੱਤੀ ਹੈ ਕਿ ਪੁੱਤਰ ਜੀ ਤੁਸੀਂ ਲੰਮੀ ਉਮਰਾਂ ਮਾਣੋ, ਲੰਮਾ ਜੀਵਨ ਤੁਹਾਨੂੰ ਪ੍ਰਾਪਤ ਹੋਵੇ। ਇਹ ਅਸੀਸਾਂ ਦਿੱਤੀਆਂ ਹਨ। ਸਹਿਤ ਆਨੰਦ ਵੱਡੀ ਬੈਠੀਵੋ। ਤੇ ਤੁਸੀਂ ਆਨੰਦ ਦੇ ਸਮੇਤ ਵੱਡੀ ਉਮਰਾਂ ਦੇ ਮਾਲਕ ਬਣੋ। ਇਹ ਵੱਡਿਆਂ ਦੀਆਂ ਅਸੀਸਾਂ ਨੇ। ਜਿਹੜਾ ਇਸ ਤਰ੍ਹਾਂ ਵੱਡੇ ਜਿਹੜੇ ਨੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਅਸੀਸਾਂ ਦਿੰਦੇ ਹਨ। ਸੁਖ ਪਾਵੋ ਸਬਰੀਤ ਸੁਭਾਇਕ। ਤੇ ਪੁੱਤਰ ਜੀ ਤੁਸੀਂ ਸੁਭਾਵਕ ਹੀ ਤੁਹਾਨੂੰ ਸੁਖ ਹੀ ਮਿਲੇ, ਹਰੇਕ ਤਰੀਕਿਆਂ ਦੇ ਨਾਲ ਦੁੱਖ ਕੋਈ ਵੇਖਣਾ ਹੀ ਨਾ ਪਵੇ, ਸੰਕਟ ਕੋਈ ਆਵੇ ਹੀ ਨਾ, ਤੁਹਾਨੂੰ ਸੁਖ ਮਿਲੇ। ਇਹ ਬਚਨ ਕੀਤੇ ਹਨ। ਸ੍ਰੀ ਨਾਨਕ ਜੀ ਸਦਾ ਸਹਾਇਕ। ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਤੁਹਾਡੀ ਸਦਾ ਸਹਾਇਤਾ ਕਰਨ, ਸਦਾ ਤੁਹਾਡੇ ਤੇ ਕਿਰਪਾ ਹੋਵੇ। ਤਬ ਗੁਜਰੀ ਪਹੁੰਚੀ ਕਰ ਜੋਰੇ। ਇੰਨੇ ਚਿਰ ਨੂੰ ਮਾਤਾ ਗੁਜਰੀ ਜੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੀਆਂ ਦੇ ਜੋ ਸੁਪਤਨੀ ਲੱਗਦੇ ਨੇ, ਗੋਬਿੰਦ ਰਾਏ ਜੀਆਂ ਦੇ ਜੋ ਮਾਤਾ ਜੀ ਲੱਗਦੇ ਨੇ, ਜਦੋਂ ਉਹਨਾਂ ਨੂੰ ਪਤਾ ਲੱਗਾ
ਉਹ ਵੀ ਪਤੀ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਹੱਥ ਜੋੜ ਕੇ ਆਏ ਹਨ। ਨਮਰ ਹੋਏ ਪਤ ਚਰਨ ਨਿਹੋਰੇ। ਤੇ ਬੜੀ ਨਿਮਰਤਾ ਦੇ ਨਾਲ ਆਪਣੇ ਪਤੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ ਤੇ ਮੱਥਾ ਟੇਕਿਆ। ਦਾਸੀ ਦਾਸ ਨਮੋ ਸਭ ਕਰਕੇ। ਇੰਨੇ ਚਿਰ ਨੂੰ ਗੁਰੂ ਘਰ ਦੇ ਜਿਹੜੇ ਸੇਵਕ ਸਨ, ਪ੍ਰਸ਼ਾਦਾ ਬਣਾਉਣ ਵਾਲੇ, ਵਿਛਾਈ ਕਰਨ ਵਾਲੇ, ਕੰਮ ਕਰਨ ਵਾਲੇ, ਸਾਰਿਆਂ ਨੂੰ ਪਤਾ ਲੱਗਿਆ ਮਹਾਰਾਜ ਆਏ ਨੇ। ਸਾਰੇ ਦਾਸ ਸੇਵਕ ਚੱਲ ਕੇ ਆ ਗਏ ਮੱਥਾ ਟੇਕਣ ਵਾਸਤੇ। ਰਹੇ ਗੁਰੂ ਕੋ ਰੂਪ ਨਿਹਰ ਕੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਚਿਹਰੇ ਨੂੰ ਸਾਰੇ ਜਾਣੇ ਤੱਕਦੇ ਹਨ। ਸਾਹਿਬਜ਼ਾਦੇ ਕੀ ਦਿਸ਼ ਸਾਰੇ। ਤੇ ਫਿਰ ਸਤਿਗੁਰੂ ਪਾਤਸ਼ਾਹ ਜੀਆਂ ਦੇ ਜਿਹੜੇ ਸਾਹਿਬਜ਼ਾਦੇ ਨੇ, ਧੰਨ ਗੋਬਿੰਦ ਰਾਏ ਸਾਹਿਬ ਜੀ, ਕਿਤ ਛੇਨ ਸਤਿਗੁਰ ਸਹਿਤ ਨਿਹਾਰੇ। ਤੇ ਉਸ ਵੇਲੇ ਅੱਜ ਸੰਗਤਾਂ ਨੇ ਵੇਖਿਆ ਵੀ ਅੱਜ ਪਿਤਾ ਤੇ ਪੁੱਤਰ ਦੋਨੇ ਹੀ ਇਕੱਠੇ ਖਲੋਤੇ ਹੋਏ। ਪਹਿਲੀ ਵਾਰ ਜ਼ਿੰਦਗੀ ਵਿੱਚ ਐਸਾ ਹੋਇਆ ਹੈ ਵੀ ਅੱਜ ਗੋਬਿੰਦ ਰਾਏ ਜੀ ਆਪਣੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਨੇ। ਸਾਰੀਆਂ ਸੰਗਤਾਂ ਨੇ ਦੋਨਾਂ ਗੁਰੂ ਸਾਹਿਬਾਂ ਦੇ ਸਰੂਪ ਦੇ ਦਰਸ਼ਨ ਕੀਤੇ ਹਨ। ਬੁਝੈ ਇਤੋਂ ਪਿਤਾ ਜੀ ਗਏ। ਸੋ ਉਸ ਵੇਲੇ ਸੰਗਤਾਂ ਪੁੱਛਦੀਆਂ ਵੀ ਇਤੋਂ ਪਿਤਾ ਜੀ ਗਏ, ਇਧਰੋਂ ਪਿਤਾ ਜੀ ਗਏ ਹਨ। ਕਿਤਕ ਦੂਰ ਲੋ ਪ੍ਰਾਪਤ ਭਏ। ਤੇ ਕਿੰਨੀ ਕੁ ਦੂਰ ਤੱਕ ਗਏ ਨੇ। ਉਸ ਵੇਲੇ ਇਹ ਪੁੱਛਦੇ ਪਏ ਗੋਬਿੰਦ ਰਾਏ ਜੀ, ਕਹਿਣ ਲੱਗੇ ਵੀ ਪਿਤਾ ਜੀ ਇੱਥੋਂ ਹੀ ਗਏ ਸਨ। ਅਤੇ ਪਿਤਾ ਜੀ ਨੂੰ ਪੁੱਛਿਆ, ਪਿਤਾ ਜੀ ਕਿੰਨੀ ਕੁ ਦੂਰ ਤੁਸੀਂ ਗਏ ਸੀ, ਕਿੱਥੋਂ ਆਏ ਹੋ, ਕਿੰਨੀ ਕੁ ਦੂਰ ਉਹ ਦੇਸ਼ ਹੈ ਜਿੱਥੇ ਤੁਸੀਂ ਗਏ ਹੋਏ ਹੋ। ਸਾਗਰ ਬੇਲਾ ਲੱਗਿਆ ਵਲੋਕਾ। ਸੋ ਉਸ ਵੇਲੇ ਕਹਿਣ ਲੱਗੇ ਕਿ ਸਾਗਰ ਬੇਲਾ, ਸਾਗਰ ਤੋਂ ਭਾਵ ਸਮੁੰਦਰ, ਕਹਿਣ ਲੱਗੇ ਸਮੁੰਦਰ ਦੇ ਕੰਢੇ ਤੱਕ ਲਾਗੇ ਅਵਲੋਕਾ, ਵੀ ਤੁਸੀਂ ਉੱਥੋਂ ਤੱਕ ਗਏ ਰਹੇ ਹੋ, ਸਮੁੰਦਰ ਦੇ ਕੰਢੇ ਤੱਕ ਗਏ ਸੀ, ਸਮੁੰਦਰ ਵੇਖ ਕੇ ਆਏ ਹੋ। ਕਿਤੋਂ ਉਰੇ ਹੀ ਜੀਵਨ ਰੋਕਾ। ਕਿ ਤੁਸੀਂ ਉਰਾਂ ਹੀ ਰਹੇ ਹੋ। ਪੁੱਛਦੇ ਪਏ, ਛੋਟੀ ਉਮਰ ਹੈ ਨਾ, ਸਵਾਲ ਕਰਦੇ ਪਏ। ਕਹਿਣ ਲੱਗੇ ਪਿਤਾ ਜੀ ਸਮੁੰਦਰ ਤੱਕ ਗਏ ਹੋ, ਸਮੁੰਦਰ ਦੇ ਕੰਢੇ ਤੱਕ ਗਏ ਹੋ ਕਿ ਪਿੱਛੇ ਹੀ ਮੁੜੇ ਆਏ ਹੋ, ਸਮੁੰਦਰ ਤੱਕ ਨਹੀਂ ਗਏ। ਇਹ ਸਵਾਲ ਕੀਤਾ ਹੈ। ਕੌਣ ਦੇਸ਼ ਹਿਤ ਲਗਾਏ ਲੜਾਈ। ਤੇ ਤੁਸੀਂ ਕਿਸ ਦੇਸ਼ ਨੂੰ ਗਏ ਸੀ, ਕਾਹਦੇ ਵਾਸਤੇ ਗਏ ਸੀ, ਕਿਉਂ ਗਏ ਸੀ, ਉਹ ਕਾਰਨ ਕੀ ਹੈ, ਲੜਾਈ ਕਾਹਦੀ ਸੀ। ਹੁਣ ਬੱਚੇ ਨੂੰ ਥੋੜੀ ਪਤਾ। ਕਹਿਣ ਲੱਗੇ ਪਿਤਾ ਸਤਿਗੁਰੂ ਜੀ ਕਿਸ ਗੱਲ ਦੀ ਲੜਾਈ ਜੋ ਤੁਸੀਂ ਗਏ ਹੋ ਮਦਦ ਕਰਨ ਵਾਸਤੇ, ਤੇ ਕਿਹੜਾ ਰਾਜਾ ਸੀ ਜਿਹਦੀ ਮਦਦ ਵਾਸਤੇ ਗਏ, ਤੇ ਕਿਸ ਰਾਜੇ ਦੇ ਵਿਰੁੱਧ ਗਏ ਹੋ, ਕਿਰਪਾ ਕਰਕੇ ਦੱਸਣਾ ਕਰੋ। ਭਾਈ ਕਿ ਨਹੀਂ ਮਿਲੇ ਰੁਪਿਆਈ। ਤੇ ਮਹਾਰਾਜ ਫਿਰ ਇਹ ਵੀ ਦੱਸੋ ਵੀ ਲੜਾਈ ਹੋਈ ਕਿ ਨਹੀਂ ਹੋਈ, ਤੇ ਦੁਸ਼ਮਣ ਨੇ ਆਪਣੇ ਆਪ ਹੀ ਹਥਿਆਰ ਸੁੱਟ ਦਿੱਤੇ ਜਾਂ ਦੁਸ਼ਮਣ ਲੜਿਆ ਵੀ ਹੈ। ਕਿਰਪਾ ਕਰਕੇ ਆਪ ਜੀ ਸਾਰੀ ਗੱਲ ਦੱਸਣਾ ਕਰੋ। ਮਦਰ ਪੁੱਤਰ ਕੇ ਬਾਕ ਸੁਹਾਏ। ਜਦੋਂ ਆਪਣੇ ਪੁੱਤਰ ਗੋਬਿੰਦ ਰਾਏ ਜੀਆਂ ਦੇ ਬਚਨ ਸੁਣੇ ਨਾ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀਆਂ ਨੇ ਬੜੇ ਮਿੱਠੇ, ਬੜੇ ਪਿਆਰ ਵਾਲੇ ਬਚਨ ਜਦੋਂ ਸੁਣੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀਆਂ ਨੇ, ਸੁਣ ਸਤਿਗੁਰੂ ਬਿਰਤਾਂਤ ਬਤਾਏ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸੁਣ ਕੇ ਬਚਨ ਤੇ ਹੁਣ ਬਿਰਤਾਂਤ ਦੱਸਣ ਲੱਗੇ। ਹੁਣ ਦੱਸਣ ਲੱਗੇ ਉਥੋਂ ਦਾ ਇਤਿਹਾਸ ਵੀ ਅਸੀਂ ਕਿੱਥੇ ਗਏ ਸੀ। ਗੋਬਿੰਦ ਰਾਏ ਜੀਆਂ ਨੇ ਸਵਾਲ ਕੀਤਾ ਨਾ ਵੀ ਤੁਸੀਂ ਕਿੱਥੇ ਗਏ ਸੀ, ਕਿਹੜਾ ਦੇਸ਼ ਹੈ, ਸਮੁੰਦਰ ਦੇ ਕੋਲ ਪੈਂਦਾ ਜਾਂ ਸਮੁੰਦਰ ਤੋਂ ਹਟ ਕੇ ਹੈ, ਕਿਹੜਾ ਰਾਜਾ ਸੀ ਜਿਹਦੀ ਮਦਦ ਵਾਸਤੇ ਗਏ। ਪਿਤਾ ਜੀ ਉੱਥੇ ਜੰਗ ਹੋਇਆ ਕਿ ਨਹੀਂ ਹੋਇਆ, ਜੇ ਜੰਗ ਹੋਇਆ ਤੇ ਫਿਰ ਕਿਵੇਂ ਹੋਇਆ ਹੈ, ਕਿਵੇਂ ਜਿੱਤ ਪ੍ਰਾਪਤ ਹੋਈ ਹੈ, ਇਹ ਸਾਰੇ ਸਵਾਲ ਕੀਤੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਜਦੋਂ ਸਾਰੇ ਸਵਾਲ ਸੁਣੇ ਤੇ ਸਵਾਲ ਸੁਣ ਕੇ ਉਸ ਵੇਲੇ ਫਿਰ ਮਹਾਰਾਜ ਜੀ ਇਹਨਾਂ ਗੱਲਾਂ ਦਾ ਉੱਤਰ ਦੇਣ ਲੱਗੇ, ਦੱਸਣ ਲੱਗੇ ਨੇ ਵੀ ਅਸੀਂ ਕਿੱਥੇ ਗਏ ਹਾਂ ਜਾਂ ਕਿਵੇਂ ਗਏ ਹਾਂ। ਸੋ ਗੁਰਮੁਖੋ, ਸੋ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਪਵਿੱਤਰ ਧਰਤੀ, ਜਨਮ ਸਥਾਨ, ਜਿਸ ਨੂੰ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ, ਤੇ ਸਾਕਾ ਨਨਕਾਣਾ ਸਾਹਿਬ ਦਾ ਇਤਿਹਾਸ ਜਿਹੜਾ ਨਾ, ਜਿਹੜਾ ਸਾਕਾ ਵਾਪਰਿਆ, ਉਹ ਇਤਿਹਾਸ ਅੱਜ ਦੇ ਦਿਨਾਂ ਵਿੱਚ ਚੱਲਦਾ ਪਿਆ। 22 ਤਰੀਕ ਨੂੰ ਇਹ ਸਾਕਾ ਜਿਹੜਾ ਸੀ ਸ਼ਹੀਦਾਂ ਦਾ ਵਾਪਰਿਆ ਹੈ। ਪਰ ਸਾਕਾ ਵਾਪਰਨ ਦੇ ਕਾਰਨ ਕੀ ਨੇ? ਕਾਰਨ ਇਹ ਨੇ ਗੁਰੂ ਘਰ ਦੀ ਜਾਇਦਾਦ, ਗੁਰੂ ਘਰ ਦੀ ਮਾਇਆ, ਗੁਰੂ ਘਰ ਦੇ ਪਦਾਰਥਾਂ ਤੇ ਦੁਨੀਆ ਕਬਜ਼ਾ ਕਰਨਾ ਚਾਹੁੰਦੀ ਹੈ। ਕਹਿਣ ਲੱਗੇ ਕਿ ਮਹਾਰਾਜਾ ਰਣਜੀਤ ਸਿੰਘ ਜਿਹੜੇ ਸਨ ਉਹ ਤਖਤ ਤੇ ਬੈਠੇ, ਲਾਹੌਰ ਦਾ ਤਖਤ ਪ੍ਰਾਪਤ ਹੋਇਆ ਤੇ ਪੰਜਾਬ ਦੇ ਬਾਦਸ਼ਾਹ ਬਣੇ। ਉਸ ਵੇਲੇ ਦੀ ਗੱਲ ਹੈ। ਕਹਿਣ ਲੱਗੇ ਬਾਬਾ ਸਾਹਿਬ ਸਿੰਘ ਜੀ ਬੇਦੀ, ਜੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੀ ਕੁਲ ਵਿੱਚੋਂ ਸਨ, ਇਹਨਾਂ ਨੇ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਸਿੰਘਾਸਨ ਦਾ ਤਿਲਕ ਕੀਤਾ ਸੀਗਾ। ਰਾਜ ਸਿੰਘਾਸਨ ਤੇ ਬਿਠਾ ਕੇ ਤਿਲਕ ਇਹਨਾਂ ਨੇ ਲਾਇਆ। ਸੋ ਐਸੇ ਸਤਿਕਾਰਯੋਗ ਸਨ ਬਾਬਾ ਸਾਹਿਬ ਸਿੰਘ ਜੀ। ਇੱਕ ਦਿਨ ਕੀ ਹੋਇਆ, ਉਹ ਚਲੇ ਗਏ ਨਨਕਾਣਾ ਸਾਹਿਬ ਮੱਥਾ ਟੇਕਣ ਵਾਸਤੇ। ਮੱਥਾ ਟੇਕ ਕੇ ਜਦੋਂ ਲੰਗਰ ਵਿੱਚ ਗਏ ਨਾ ਪ੍ਰਸ਼ਾਦਾ ਛਕਣ ਵਾਸਤੇ, ਤੇ ਪ੍ਰਸ਼ਾਦੇ ਦੇ ਹਾਲਤ ਬਹੁਤੀ ਚੰਗੀ ਨਹੀਂ ਹੈ, ਮਸਤਾਨੇ ਹੀ ਲੰਗਰ ਮਿਲੇ, ਨਾ ਚੰਗਾ ਪ੍ਰਸ਼ਾਦਾ ਨਾ ਚੰਗੀ ਸਬਜ਼ੀ ਭਾਜੀ, ਬਹੁਤਾ ਹੀ ਪ੍ਰਬੰਧ ਨਲਾਇਕੀ ਵਾਲਾ, ਬਹੁਤਾ ਹੀ ਮਾੜਾ ਪ੍ਰਬੰਧ। ਉਸ ਵੇਲੇ ਬਾਬਾ ਸਾਹਿਬ ਸਿੰਘ ਜੀ ਫਿਰ ਲਾਹੌਰ ਚਲੇ ਗਏ। ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣ ਲੱਗੇ ਵੀ ਸਿੱਖ ਦਾ ਰਾਜ ਹੋਵੇ ਤੇ ਗੁਰੂ ਦੇ ਲੰਗਰ ਨਾ ਚੰਗੇ ਚੱਲਦੇ ਹੋਣ, ਮਸਤਾਨੇ ਹੀ ਹੋਣ ਜਾਂ ਬਹੁਤੇ ਮਾੜੇ ਹੋਣ, ਤੇ ਗੱਲ ਸ਼ੋਭਾ ਨਹੀਂ ਪਾਉਂਦੀ ਹੈ।
ਜਦੋਂ ਬਾਬਾ ਸਾਹਿਬ ਸਿੰਘ ਜੀਆਂ ਨੇ ਇਹ ਗੱਲ ਕਹੀ ਨਾ, ਤੇ ਮਹਾਰਾਜਾ ਰਣਜੀਤ ਸਿੰਘ ਜੀ ਕਹਿਣ ਲੱਗੇ, ਬਾਬਾ ਜੀ ਕੱਲ ਨੂੰ ਜਦੋਂ ਸੂਰਜ ਚੜ੍ਹੇਗਾ ਨਾ ਤੇ ਘੋੜੇ ਤੇ ਚੜ੍ਹ ਪਿਓ, ਤੇ ਸ਼ਾਮ ਤੱਕ ਜਿੱਥੋਂ ਤੱਕ ਘੋੜਾ ਗੇੜਾ ਕੱਢ ਆਵੇ, ਜਾਂ ਜਿੰਨਾ ਗੇੜਾ ਕੱਢ ਲਵੋ, ਜਿੰਨਾ ਚੱਕਰ ਲਾ ਲਵੋ ਉਹਨਾਂ ਲਾ ਲਿਓ, ਮੈਂ ਉਹ ਜ਼ਮੀਨ ਜਿਹੜੀ ਹੈ ਨਾ ਉਹ ਗੁਰੂ ਦੇ ਘਰ ਦੇ ਨਾਮ ਦੇ ਨਾਲ ਹੀ ਲਾ ਦਿਆਂਗਾ। ਕਹਿੰਦੇ ਇਸੇ ਤਰ੍ਹਾਂ ਹੀ ਕੀਤਾ, ਘੋੜੇ ਤੇ ਚੜ੍ਹੇ, ਜਿੰਨਾ ਚੱਕਰ ਲਾ ਸਕਦੇ ਸੀ, ਜਿੰਨਾ ਗੇੜਾ ਕੱਢ ਸਕਦੇ ਕੱਢ ਕੇ ਆਏ, ਜਿੱਥੋਂ ਜਿੱਥੋਂ ਘੁੰਮ ਕੇ ਆਏ, ਉਨੀ ਜਗੀਰ ਜਿਹੜੀ ਸੀ ਉਹ ਗੁਰੂ ਘਰ ਦੇ ਨਾਮ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਪਟਾ ਲਿਖਵਾਇਆ ਗਿਆ, ਲਿਖਿਆ ਗਿਆ, ਦੇ ਦਿੱਤੀ ਗਈ। ਹੁਣ ਬੇਅੰਤ ਜ਼ਮੀਨ ਸੈਂਕੜੇ ਮਰਬੇ ਜਿਹੜੀ ਸੀ ਉਹ ਗੁਰੂ ਘਰ ਦੇ ਨਾਲ ਲੱਗ ਗਈ। ਹੁਣ ਉਸ ਜ਼ਮੀਨ ਦਾ ਆਨੰਦ ਵੀ ਤੇ ਲੈਣਾ ਹੀ ਹੈ, ਸਵਾਦ ਵੀ ਤੇ ਲੈਣਾ ਹੀ ਹੈ। ਹੌਲੀ ਹੌਲੀ ਕਰਦਿਆਂ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਾਂਦਾ ਰਿਹਾ। ਅੰਗਰੇਜ਼ਾਂ ਨੇ ਪੰਜਾਬ ਦੀ ਧਰਤੀ ਨੂੰ ਵੀ ਜਿੱਤ ਲਿਆ ਤੇ ਰਾਜੇ ਬਣ ਗਏ। ਸੋ ਉਹ ਜਿਹੜੇ ਠਾਠ ਬਾਠ ਬਣੇ ਸਨ, ਜ਼ਮੀਨਾਂ ਜਾਇਦਾਦਾਂ ਧਨ ਪਦਾਰਥ, ਉਹਨੂੰ ਖਾਣ ਵਾਸਤੇ ਹੌਲੀ ਹੌਲੀ ਗੁਰਦੁਆਰਿਆਂ ਦੇ ਉੱਪਰ ਮਹੰਤ ਜਿਹੜੇ ਸਨ ਉਹ ਕਾਬਜ ਹੋ ਗਏ। ਇਕੱਲੇ ਨਨਕਾਣਾ ਸਾਹਿਬ ਨਹੀਂ, ਤਰਨ ਤਾਰਨ ਸਾਹਿਬ, ਅੰਮ੍ਰਿਤਸਰ, ਸਾਰਿਆਂ ਥਾਵਾਂ 'ਤੇ ਇਹਨਾਂ ਦਾ ਹੀ ਬੋਲਬਾਲਾ ਹੁੰਦਾ, ਇਹਨਾਂ ਦੀ ਉਸ ਵੇਲੇ ਗੱਲਬਾਤ ਚੱਲਦੀ ਹੈ। ਸਰਕਾਰ ਦੇ ਨਾਲ ਹੱਥ ਮਿਲੇ ਹੋਏ, ਜਾਂ ਆਪਾਂ ਕਹਿ ਸਕਦੇ ਹਾਂ ਸਰਕਾਰ ਦੇ ਪਿੱਠੂ ਬਣੇ ਹੋਏ, ਸਰਕਾਰ ਦੇ ਕੋਲੋਂ ਗਲਤ ਕੰਮਾਂ ਦੇ ਵਿੱਚ ਆਪਣੀ ਮਦਦ ਲੈਂਦੇ। ਕਹਿਣ ਲੱਗੇ ਇੱਕ ਵੇਲੇ ਕੀ ਹੋਇਆ, ਕੁਝ ਗੁਰੂ ਕੇ ਸਿੱਖ ਅੰਮ੍ਰਿਤ ਛਕ ਕੇ ਕਾਲ ਤਖਤ ਸਾਹਿਬ ਮੱਥਾ ਟੇਕਣ ਵਾਸਤੇ ਚਲੇ ਗਏ। ਹੁਣ ਅੰਮ੍ਰਿਤ ਛਕਿਆ ਹੋਇਆ, ਗੁਰੂ ਕੇ ਸਿੰਘ ਸਜੇ ਹੋਏ, ਜਦੋਂ ਮੱਥਾ ਟੇਕ ਕੇ ਇਹਨਾਂ ਨੇ ਪ੍ਰਸ਼ਾਦ ਕਰਵਾਇਆ ਨਾ, ਤੇ ਉੱਥੋਂ ਦੇ ਜਿਹੜੇ ਮਹੰਤ ਸਨ ਉਹਨਾਂ ਮਹੰਤਾਂ ਨੇ ਪ੍ਰਸ਼ਾਦ ਲੈਣ ਤੋਂ ਮਨਾ ਕਰ ਦਿੱਤਾ। ਕਹਿਣ ਲੱਗੇ ਤੁਸੀਂ ਤੇ ਸ਼ੂਦਰ ਹੋ, ਨੀਵੀਂ ਜਾਤ ਵਾਲੇ, ਤੁਹਾਡਾ ਇੱਥੇ ਪ੍ਰਸ਼ਾਦ ਪ੍ਰਵਾਨ ਨਹੀਂ ਹੈ। ਇੰਨੇ ਚਿਰ ਨੂੰ ਕੁਝ ਗੁਰੂ ਕੇ ਸਿੱਖ ਜਿਹੜੇ ਉੱਥੇ ਗਏ ਹੋਏ ਸਨ ਉਹਨਾਂ ਨੇ ਫਿਰ ਆਖਿਆ, ਕਹਿਣ ਲੱਗੇ ਵੀ ਜਦੋਂ ਅੰਮ੍ਰਿਤ ਛਕ ਲਿਆ ਤੇ ਗੁਰੂ ਵਾਲੇ ਬਣ ਗਿਆ, ਗੁਰੂ ਦੇ ਪੁੱਤਰ ਬਣ ਗਏ, ਗੁਰੂ ਘਰ ਦੇ ਵਿੱਚ ਜਾਤ ਪਾਤ ਦੀ ਕੋਈ ਗੱਲ ਨਹੀਂ ਹੈ, ਇਹ ਤੁਸੀਂ ਕੀ ਕਹਿੰਦੇ ਪਏ ਹੋ। ਜਦੋਂ ਉਹਨਾਂ ਨੇ ਐਸੇ ਬਚਨ ਬੋਲੇ ਤੇ ਉਹਨਾਂ ਮਹੰਤਾਂ ਨੂੰ ਉਹ ਪ੍ਰਸ਼ਾਦ ਜਿਹੜਾ ਸੀ ਨਾ ਸਵੀਕਾਰ ਕਰਨਾ ਪਿਆ, ਭੋਗ ਲਵਾਉਣਾ ਪਿਆ, ਲੈਣਾ ਪਿਆ। ਪਰ ਇਸ ਗੱਲ ਦਾ ਗੁੱਸਾ ਬੜਾ ਆਇਆ ਵੀ ਇਹਨਾਂ ਨੇ ਸਾਨੂੰ ਇਹ ਜਵਾਬ ਅੱਗੋਂ ਦਿੱਤਾ ਹੈ, ਅਸੀਂ ਇੱਥੋਂ ਦੇ ਮਾਲਕ ਹਾਂ, ਜੋ ਮਰਜ਼ੀ ਕਰੀਏ। ਤੇ ਕਹਿਣ ਲੱਗੇ ਵੀ ਜਿਨ੍ਹਾਂ ਨੇ ਉਹ ਗੱਲ ਕਹੀ ਨਾ, ਉਹਨਾਂ ਵਿੱਚੋਂ ਇੱਕ ਸਿੱਖ ਜਿਹੜਾ ਉਹ ਤਰਨ ਤਾਰਨ ਦੇ ਰਹਿਣ ਵਾਲਾ, ਤੇ ਕਹਿਣ ਲੱਗੇ ਉਹ ਗੱਲਾਂ ਤੇ ਸਾਰੇ ਇਲਾਕੇ ਵਿੱਚ ਘੁੰਮ ਗਈਆਂ, ਸਾਰੇ ਮਹੰਤਾਂ ਨੂੰ ਪਤਾ ਲੱਗ ਗਿਆ ਵੀ ਫਲਾਣਾ ਸਿੱਖ ਜਿਹੜਾ ਹੈ ਉਹ ਕਹਿ ਕੇ ਇੱਥੇ ਭੋਗ ਲਵਾ ਕੇ ਉਹਨਾਂ ਦੀ ਹਮਾਇਤ ਕਰਕੇ ਗਿਆ। ਕਹਿਣ ਲੱਗੇ ਇੱਕ ਸਮਾਂ ਆਇਆ, ਉਸੇ ਸਿੱਖ ਦੇ ਬੱਚੇ ਜਿਹੜੇ ਸਨ, ਇੱਕ ਲੜਕੀ ਤੇ ਇੱਕ ਲੜਕਾ, ਮੱਥਾ ਟੇਕਣ ਵਾਸਤੇ ਤਰਨ ਤਾਰਨ ਸਾਹਿਬ ਚਲੇ ਗਏ। ਵਿਦਵਾਨਾਂ ਨੇ ਲਿਖਿਆ ਬੱਚੇ ਦੀ ਉਮਰ ਛੋਟੀ ਹੈ, 8-10 ਸਾਲ ਦਾ, ਲੜਕੀ ਦੀ ਉਮਰ ਵੱਡੀ ਹੈ। ਤੇ ਉਸ ਵੇਲੇ ਜਿਹੜੇ ਮਹੰਤ ਸਨ ਉਹਨਾਂ ਨੇ ਇੱਕ ਦੂਜੇ ਨੂੰ ਇਸ਼ਾਰਾ ਕੀਤਾ ਤੇ ਆਖਿਆ, ਕਹਿਣ ਲੱਗੇ ਉਹਦੇ ਬੱਚੇ ਨੇ ਜਿਹਨੇ ਸਾਨੂੰ ਕਹਿ ਕੇ ਸਾਡੇ ਕੋਲੋਂ ਭੋਗ ਲਵਾਇਆ, ਪ੍ਰਸ਼ਾਦ ਪ੍ਰਵਾਨ ਕਰਵਾਇਆ। ਹੁਣ ਬਾਪ ਦੀ ਸਜ਼ਾ ਪੁੱਤਰਾਂ ਨੂੰ ਦੇਣੀ, ਬੱਚਿਆਂ ਨੂੰ ਦੇਣੀ ਚਾਹੀਦੀ ਹੈ। ਇਹਨਾਂ ਦੁਸ਼ਟਾਂ ਨੇ ਕੀ ਕੀਤਾ, ਉਹ ਜਿਹੜਾ ਬੱਚਾ ਸੀ 8-10 ਸਾਲ ਦਾ, ਉਹਦੇ ਗਲ ਦੇ ਨਾਲ ਪੱਥਰ ਬੰਨ੍ਹ ਕੇ ਤੇ ਸਰੋਵਰ ਵਿੱਚ ਡੋਬ ਕੇ ਮਾਰ ਦਿੱਤਾ ਵੀ ਇਹਨੂੰ ਮਾਰ ਦਿਓ। ਇਹਨਾਂ ਨੇ ਸਾਡੇ ਨਾਲ ਇਸ ਤਰ੍ਹਾਂ ਸਾਡੇ ਤੋਂ ਭੋਗ ਲਵਾਇਆ, ਸਾਡੇ ਉੱਪਰ ਇਹਨਾਂ ਨੇ ਆਪਣਾ ਹੁਕਮ ਚਲਾਇਆ ਹੈ। ਤੇ ਜਿਹੜੀ ਲੜਕੀ ਨਾਲ ਆਈ ਸੀ ਭੈਣ, ਉਹ ਵਿਚਾਰੀ ਤਰਲੇ ਕਰਦੀ ਰਹੀ, ਮਿਹਨਤਾਂ ਕਰਦੀ ਰਹੀ, ਆਪਣੇ ਭਰਾ ਨੂੰ ਬਚਾਉਣ ਦਾ ਯਤਨ ਕੀਤਾ। ਭਰਾ ਨੂੰ ਤੇ ਨਹੀਂ ਛੱਡਿਆ, ਮਾਰ ਦਿੱਤਾ ਡਬੋ ਕੇ, ਪਰ ਉਹਦੀ ਇੱਜ਼ਤ ਨੂੰ ਵੀ ਇਹਨਾਂ ਨੇ ਹੱਥ ਪਾ ਲਿਆ, ਕੁਕਰਮ ਕੀਤਾ। ਇਸ ਤਰ੍ਹਾਂ ਦੇ ਦੁਸ਼ਟ ਮਸੰਦ ਜਿਹੜੇ ਸਨ ਉਸ ਵੇਲੇ ਗੁਰੂ ਘਰਾਂ ਦੇ ਉੱਪਰ ਕਾਬਜ ਸਨ। ਐਸੀਆਂ